ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ ਹਰ ਹਰ ਨਾਮ ਧਿਆਇਆ। ਤਾਤੇ ਮੋਹਿ ਧਾਰੀ ਓਟ ਗੋਪਾਲ। ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ। ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ। ਜੀ ਉਦਾਹਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲਾ ਕਾਹੂ ਜਾਨਾ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲਾ ਕਾਹੂ ਜਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਜਹ ਜਹ ਪੇਖੋ ਤਹ ਹਜੂਰ। ਦੂਰ ਕਤਹੁ ਨ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਈਦ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ। ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ। ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾ ਰੂਪ। ਜਪ ਜਪ ਕਰਹਿ ਆਨੰਦ ਜਨ ਅਚਰਜ ਅਨੂਪ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਨੂੰ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਸਰੂਪ ਸਤਿਗੁਰੂ ਜੀ, ਬਾਣੀ ਸਰੂਪ ਸਤਿਗੁਰੂ ਜੀ, ਇਹਨਾਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਤੇ ਸ਼ਬਦ ਕੀਰਤਨ ਦਾ ਆਨੰਦ ਗੁਰੂ ਕੀ ਸੰਗਤ ਨੇ ਮਾਣਿਆ ਹੈ। ਵੱਡੇ ਭਾਗਾਂ ਵਾਲੇ ਹੋ ਭਾਈ ਜੋ ਗੁਰੂ ਕੀ ਬਾਣੀ ਨਾਲ ਜੁੜ ਰਹੇ। ਗੁਰਬਾਣੀ 'ਚ ਸਾਰਾ ਕੁਝ ਹੀ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਚੈ ਪ੍ਰਸਾਦ ਪਾਵਈ। ਹੰਸ ਸਮੁੰਦਰ ਦੇ ਵਿੱਚ ਹੀਰੇ ਮੋਤੀ ਰਤਨ ਜਵਾਹਰ ਸਾਰੀਆਂ ਰਿਧੀਆਂ ਸਾਰੇ ਖਜ਼ਾਨੇ ਸਮੁੰਦਰ ਵਿੱਚ ਵਸਦੇ ਹਨ। ਸਮੁੰਦਰ ਦੇ ਉਹਨਾਂ ਖਜ਼ਾਨਿਆਂ ਨੂੰ ਕੌਣ ਪ੍ਰਾਪਤ ਕਰ ਸਕਦਾ ਹੈ? ਜੋ ਮਰ ਕੇ ਜਿਉਂਦਾ ਹੈ, ਉਹ ਮਰ ਜੀਵੜਾ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਸਮੁੰਦਰ ਦੀਆਂ ਗਹਿਰਾਈਆਂ 'ਚ ਉਤਰ ਜਾਂਦਾ ਹੈ ਤੇ ਉਹ ਜਿਹੜਾ ਟੁਬਕੀ ਮਾਰਦਾ ਹੈ ਉਹ ਹੀਰੇ ਮੋਤੀ ਰਤਨ ਜਵਾਹਰਾਤ ਸਮੁੰਦਰ ਵਿੱਚੋਂ ਕੱਢ ਲਿਆਉਂਦਾ ਹੈ। ਭਾਈ ਸਾਹਿਬ ਕਹਿੰਦੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਗੁਰਬਾਣੀ 'ਚ ਸਾਰੇ ਹੀ ਪਦਾਰਥ ਨੇ, ਸਾਰੀਆਂ ਰਿੱਧੀਆਂ ਸਿੱਧੀਆਂ ਖਜ਼ਾਨੇ ਗੁਰਬਾਣੀ ਦੇ ਵਿੱਚ ਨੇ। ਕੋਈ ਐਸੀ ਚੀਜ਼ ਨਹੀਂ ਜੋ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ 'ਚੋਂ ਨਾ ਮਿਲਦੀ ਹੋਵੇ। ਸਭੋ ਕੁਝ ਪਰਮੇਸ਼ਰ ਦਾ ਗਿਆਨ, ਬ੍ਰਹਮ ਗਿਆਨ, ਮੁਕਤੀ ਦਾ ਦਰਵਾਜ਼ਾ ਇੱਥੋਂ ਖੁੱਲ੍ਹਦਾ ਹੈ। ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਮੁਕਤ ਭੁਗਤ ਨਾਮੈ ਕੀ ਦਾਸੀ। ਗੁਰਬਾਣੀ 'ਚੋਂ ਇੱਕ ਐਸਾ ਪਦਾਰਥ, ਅਣਮੁੱਲਾ ਪਦਾਰਥ, ਨਾਮ ਪਦਾਰਥ ਮਿਲਦਾ ਹੈ ਜਿਹਦੇ ਅੰਤਰਗਤ ਮੁਕਤੀ ਵੀ ਆ ਜਾਂਦੀ ਹੈ, ਭੁਗਤੀ ਵੀ ਆ ਜਾਂਦੀ ਹੈ। ਸਤਿਗੁਰੂ ਜੀ ਦੀ ਬਾਣੀ ਦੀ ਵੱਡੀ ਮਹਾਨ ਮਹਿਮਾ ਕਹੀ ਨਹੀਂ ਜਾ ਸਕਦੀ। ਭਾਈ ਸੰਤੋਖ ਸਿੰਘ ਜੀ ਕਵੀ ਰਾਜ ਗੁਰਬਾਣੀ ਦੀ ਸਿਫਤ ਲਿਖਦੇ ਹੋਏ ਬੜੇ ਕਮਾਲ ਦੇ ਬਚਨ ਕਹਿੰਦੇ ਹਨ। ਸੁਦਾ ਕੀ ਤਰੰਗਨੀ ਸਿਰੋਗ ਪਰਮ ਭੰਗਨੀ ਹੈ, ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਕਿਦੋਂ ਯਹ ਹੰਸਨੀ ਸੀ ਮਾਨ ਸਭ ਤੰਸਨੀ ਹੈ, ਗੁਣ ਨ ਪ੍ਰਸ਼ੰਸਨੀ ਸਰਬ ਜਗ ਜਾਨੀ ਹੈ। ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ, ਹਿਰਦੈ ਕੀ ਆਨੰਦਨੀ ਸੋ ਭੋਗ ਮੋਖ ਦਾਨੀ ਹੈ। प्रेम पट रानी सियानी ज्ञान की जनन जानी, गुनी पनी तांक बानी तांकी गुरु गुर बानी है। ਕਹਿੰਦੇ ਅੰਮ੍ਰਿਤ ਦੀ ਇਹ ਨਦੀ ਹੈ। ਤਰੰਗਣੀ ਨਦੀ ਨੂੰ ਕਹਿੰਦੇ ਜਿੱਥੋਂ ਤਰੰਗਾਂ, ਲਹਿਰਾਂ, ਵੇਵਸ ਪੈਦਾ ਹੁੰਦੇ ਨੇ ਪਾਣੀ ਦੇ। ਤਰੰਗਣੀ ਦਾ ਅਰਥ ਹੁੰਦਾ ਨਦੀ। ਗੁਰਬਾਣੀ ਜੋ ਹੈ ਉਹ ਅੰਮ੍ਰਿਤ ਦੀ ਨਦੀ ਹੈ। ਜਿਵੇਂ ਨਦੀ 'ਚ ਪਾਣੀ ਹੁੰਦਾ, ਗੁਰਬਾਣੀ 'ਚ ਅੰਮ੍ਰਿਤ ਭਰਿਆ ਹੋਇਆ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਅੰਮ੍ਰਿਤ ਦੀ ਨਦੀ ਹੈ, ਅੰਮ੍ਰਿਤ ਦੀ ਗੰਗਾ ਹੈ। ਇਹ ਸੁਧਾ ਕੀ ਤਰੰਗਨੀ ਸੀ। ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਤਰੰਗਨੀ ਕਹਿੰਦੇ ਨੇ ਨਦੀ ਨੂੰ। ਸੁਧਾ ਕੀ ਤਰੰਗਨੀ ਅੰਮ੍ਰਿਤ ਦੀ ਨਦੀ। ਰੋਗ ਭਰਮ ਭੰਗਨੀ ਹੈ। ਔਰ ਕਹਿੰਦੇ ਆ ਵੀ ਗੰਗਾ ਜਿਹੜੀ ਹੈ ਉਹਦੇ ਪਾਣੀ ਨਾਲ ਬੰਦੇ ਦੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ। ਗੁਰਬਾਣੀ ਦੇ ਸਾਰੇ ਰੋਗ ਕੱਟ ਦਿੰਦੀ ਹੈ। ਗੁਰਬਾਣੀ ਭਰਮ ਦਾ ਰੋਗ ਕੱਟ ਦਿੰਦੀ, ਜਿਹੜਾ ਜੀਵ ਨੂੰ ਪਿਆ ਹੋਇਆ ਹੈ। 5 ਪ੍ਰਕਾਰ ਦਾ ਭਰਮ ਹੈ ਸਾਧ ਸੰਗਤ ਜੀ। ਉਹ 5 ਪ੍ਰਕਾਰ ਦੇ ਭਰਮ ਦੀ ਨਿਵਰਤੀ ਗੁਰਬਾਣੀ ਕਰ ਦਿੰਦੀ ਹੈ। ਇਹ ਰੋਗ ਜਿਹੜਾ ਕਿਸੇ ਤੋਂ ਡਾਕਟਰ ਤੋਂ ਠੀਕ ਨਹੀਂ ਹੁੰਦਾ। ਸਰੀਰਕ ਬਿਮਾਰੀਆਂ ਦਾ ਇਲਾਜ ਡਾਕਟਰ ਕਰ ਸਕਦੇ ਹੈ, ਪਰ ਭਰਮ ਦਾ ਇਲਾਜ ਗੁਰੂ ਬਾਣੀ ਹੀ ਕਰਦੀ ਹੈ। ਰੋਗ ਭਰਮ ਭੰਗਨੀ ਹੈ, ਮਹਾ ਸਵੇਤ ਰੰਗਨੀ ਮਹਾਨ ਮਨ ਮਾਨੀ ਹੈ।
ਇਹਦਾ ਦੁੱਧ ਵਰਗਾ ਚਿੱਟਾ ਰੰਗ ਹੈ, ਭਾਵ ਨਿਰਮਲ ਹੈ, ਇਹਦੇ 'ਚ ਕੋਈ ਮੈਲ ਨਹੀਂ ਹੈ। ਤੇ ਮਹਾਨ ਪੁਰਸ਼ਾਂ ਨੂੰ, ਦੁਨੀਆ ਦੇ ਸਿਆਣੇ ਲੋਕਾਂ ਨੂੰ ਇਹ ਚੰਗੀ ਲੱਗਦੀ ਹੈ, ਉਹਨਾਂ ਦਾ ਮਨ ਮੰਨਦਾ ਹੈ, ਗੁਰਬਾਣੀ ਪੜ੍ਹਦੇ ਨੇ, ਸੁਣਦੇ ਨੇ। ਅਸੀਂ ਜਿਹੜੇ ਪੰਜਾਬੀ ਆ ਨਾ, ਸਾਡੀ ਹਾਲਤ ਤਾਂ ਇਹ ਹੈ ਵੀ ਘਰ ਹੁੰਦੇ ਧਨ ਜਗ ਭੁੱਖਾ ਮੂਆ। ਘਰ 'ਚ ਪੈਸਾ ਹੋਵੇ ਤੇ ਬੰਦਾ ਭੁੱਖਾ ਮਰ ਜੇ। ਘਰ 'ਚ ਪੈਸਾ ਹੋਵੇ ਪਰ ਰੋਟੀ ਖਾਣੀ ਨਾ ਆਉਂਦੀ ਹੋਵੇ, ਪਕਾਣੀ ਨਾ ਆਉਂਦੀ ਹੋਵੇ। ਸਾਡੀ ਇਹ ਹਾਲਤ ਹੈ। ਅਸੀਂ ਗੁਰਬਾਣੀ ਦਾ ਖਜ਼ਾਨਾ ਹੁੰਦਿਆਂ ਸੁਣਦਿਆਂ ਗੁਰਬਾਣੀ ਤੋਂ ਲਾਭ ਨਹੀਂ ਲੈ ਸਕੇ। ਪਰ ਦੂਸਰੀਆਂ ਕੌਮਾਂ ਦੇ ਲੋਕ ਜਿਹੜੇ ਹਨ, ਉਹ ਗੁਰਬਾਣੀ ਨੂੰ ਬੜੇ ਚਾਅ ਨਾਲ ਪੜ੍ਹਦੇ ਹਨ, ਗੁਰਬਾਣੀ ਦੀ ਖੋਜ ਕਰਦੇ। ਅਸੀਂ ਸਿਰਫ ਮੱਥਾ ਟੇਕਿਆ ਤੇ ਚਲੇ ਗਏ। ਸਾਡੇ ਕੋਲ ਟਾਈਮ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਸਕੀਏ, ਸੁਣ ਸਕੀਏ, ਵਿਚਾਰ ਸਕੀਏ। ਤਾਂ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਹਨ, ਉਹਨਾਂ ਦੇ ਅੰਦਰੋਂ ਭਰਮਾਂ ਦਾ ਰੋਗ ਕੱਟਿਆ ਜਾਂਦਾ ਹੈ। ਔਰ ਵੱਡੇ ਵੱਡੇ ਲੋਕ ਜਿਹੜੇ ਦੁਨੀਆ ਦੇ ਫਿਲਾਸਫਰ, ਗਿਆਨੀ ਪੁਰਸ਼ ਹੋਏ ਨੇ, ਰਵਿੰਦਰਨਾਥ ਟੈਗੋਰ ਵਰਗੇ, ਗੁਰਬਾਣੀ ਨੂੰ ਪੜ੍ਹ ਕੇ ਅਸ਼ ਕਰ ਉੱਠੇ ਹਨ। ਬਹੁਤ ਦੁਨੀਆ ਦੇ ਐਸੇ ਲੋਕਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਬੜੇ ਗਹੁ ਨਾਲ, ਬੜੇ ਧਿਆਨ ਨਾਲ, ਬੜੀ ਰੁਚੀ ਨਾਲ ਪੜ੍ਹਿਆ ਹੈ। ਇਹ ਮਹਾਨ ਲੋਕਾਂ ਦੇ ਮਨ ਨੂੰ ਮੰਨਣ ਵਾਲੀ, ਮਨਾਉਣ ਵਾਲੀ ਗੁਰਬਾਣੀ ਹੈ। ਕਿਦੋਂ ਚੰਦ ਚਾਂਦਨੀ ਸੀ, ਮੋਹ ਕਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ, ਸੋ ਭੋਗ ਮੋਖ ਦਾਨੀ ਹੈ। ਦੂਸਰੀ ਮਿਸਾਲ ਕਵੀ ਜੀ ਕਹਿੰਦੇ ਇਹ ਏਦਾਂ ਲੱਗਦਾ ਵੀ ਜਿਵੇਂ ਚੰਦਰਮਾ ਦੀ ਚਾਂਦਨੀ ਹੁੰਦੀ ਹੈ ਨਾ, ਉਹ ਘਰ ਘਰ ਪਸਰ ਜਾਂਦੀ ਹੈ, ਸਾਰੇ ਪਾਸੇ ਰੋਸ਼ਨੀ ਕਰਦੀ ਹੈ, ਠੰਡਕ ਪਹੁੰਚਾਉਂਦੀ ਹੈ। ਗੁਰਬਾਣੀ ਦਾ ਪ੍ਰਕਾਸ਼, ਨੂਰ ਵੀ ਘਰ ਘਰ ਪਸਰ ਜਾਂਦਾ ਹੈ ਤੇ ਸਭ ਦੇ ਹਿਰਦੇ ਠਾਰ ਦਿੰਦਾ ਹੈ। ਔਰ ਜਿਵੇਂ ਚੰਦਰਮਾ ਦੀ ਚਾਂਦਨੀ ਗਰਮੀ ਨੂੰ, ਤਪਸ਼ ਨੂੰ ਦੂਰ ਕਰਦੀ ਹੈ, ਇਹ ਗੁਰਬਾਣੀ ਸਾਡੇ ਮਨ ਵਿੱਚੋਂ ਮੋਹ ਨੂੰ ਦੂਰ ਕਰਦੀ ਹੈ। ਸਾਰੇ ਆਪਾਂ ਮੋਹ ਕਰਕੇ ਦੁਖੀ ਹਾਂ ਸਾਧ ਸੰਗਤ ਜੀ। ਜੇ ਸਾਡੇ ਅੰਦਰੋਂ ਮੋਹ ਮਿਟ ਜਾਵੇ ਨਾ, ਅਸੀਂ ਸੁਖੀ ਹੋ ਜਾਈਏ। ਪਰ ਮੋਹ ਸਾਨੂੰ, ਅਸੀਂ ਮੋਹ ਛੱਡ ਨਹੀਂ ਸਕਦੇ ਤੇ ਮੋਹ ਸਾਨੂੰ ਦੁੱਖ ਦਿੰਦਾ ਹੈ। ਕਿਸੇ ਦੇ ਵੀ ਦੁੱਖ ਦਾ ਕਾਰਨ ਮੋਹ ਹੀ ਹੈ। ਜਿੰਨੀ ਸ੍ਰਿਸ਼ਟੀ ਬੈਠੀ, ਆਪਾਂ ਸਾਰੇ ਮੋਹ ਕਰਕੇ ਦੁਖੀ ਹਾਂ। ਵਿਚਾਰ ਕਰ ਲਿਆ ਜੇ, ਇੱਕਦਮ ਨਹੀਂ ਗੱਲ ਸਮਝ ਆਉਂਦੀ ਹੁੰਦੀ। ਅਸੀਂ ਕਈ ਵਾਰੀ ਜਦੋਂ ਕੋਈ ਗੱਲ ਪਹਿਲੀ ਵਾਰੀ ਸੁਣਦੇ ਹਾਂ ਨਾ, ਉਦੋਂ ਸਾਨੂੰ ਇੱਦਾਂ ਲੱਗਦਾ ਵੀ ਇਹ ਗੱਲ ਤਾਂ ਨਵੀਂ ਸੁਣੀ ਹੈ ਜੀ। ਇਹ ਗੱਲ ਤਾਂ, ਜਿਹੜੀ ਗੱਲ ਅੱਜ ਸੁਣੀ ਹੈ, ਅੱਜ ਹੀ ਸਮਝ ਆ ਜਾਵੇ, ਇੰਨੀ ਜ਼ਰੂਰੀ ਨਹੀਂ ਹੁੰਦੀ। ਪਹਿਲੇ ਦਿਨ ਸਕੂਲ ਵਿੱਚ ਬੱਚਾ ਜਾਂਦਾ ਨਾ, ਤੇ ਉਹਨੂੰ ਊੜੇ ਆੜੇ ਦਾ ਵੀ ਪਤਾ ਨਹੀਂ ਹੁੰਦਾ ਵੀ ਇਹ ਕੀ ਲਿਖਿਆ ਹੋਇਆ ਹੈ, ਕੀ ਕਹਿ ਰਹੇ ਨੇ। ਹੌਲੇ ਹੌਲੇ ਜਦੋਂ ਉਹ ਪੜ੍ਹਦਿਆਂ ਉਹਦੇ ਅੰਦਰ ਬੈਠ ਜਾਂਦਾ, ਫਿਰ ਉਹਨੂੰ ਸਮਝ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਘਰ ਆ ਕੇ ਕੋਈ ਗੱਲ ਜਦੋਂ ਅਸੀਂ ਸੁਣਦੇ ਹਾਂ, ਪਹਿਲੇ ਦਿਨ ਸਾਨੂੰ ਉਹ ਸੁਣੀ ਨਹੀਂ ਹੁੰਦੀ, ਇਸ ਕਰਕੇ ਪਹਿਲਾਂ ਦਿਨ ਤਾਂ ਸੁਣਨੀ ਸਿੱਖਣੀ ਹੈ, ਫਿਰ ਮੰਨਣੀ। ਸੁਣਿਆ, ਮੰਨਿਆ, ਮਨ ਕੀਤਾ ਭਾਵ। ਪਹਿਲਾਂ ਸੁਣ ਕੇ, ਫਿਰ ਮੰਨ ਕੇ, ਫਿਰ ਗੱਲ ਸਮਝ ਆਉਂਦੀ ਹੈ। ਸੋ ਸਾਰੇ ਦੁੱਖਾਂ ਦਾ ਕਾਰਨ ਮੋਹ ਹੈ। ਕਦੀ ਵਿਚਾਰ ਕਰੋਗੇ ਫਿਰ ਸਮਝ ਆਵੇਗੀ। ਮੋਹ ਤੋਂ ਵੱਡਾ ਸਾਡਾ ਕੋਈ ਵੈਰੀ ਨਹੀਂ। ਸ਼ਤਰੂ ਨਾ ਮੋਹ ਸਮਾਨ, ਮੋਹ ਦੇ ਸਮਾਨ ਕੋਈ ਸ਼ਤਰੂ ਨਹੀਂ। ਅਸੀਂ ਸਾਰੇ ਪੀੜਤ ਹਾਂ, ਦੁਖੀ ਹਾਂ ਮੋਹ ਕਰਕੇ। ਭਾਵੇਂ ਉਹ ਮੋਹ ਧੀਆਂ ਪੁੱਤਰਾਂ ਦਾ ਹੋਵੇ, ਭਾਵੇਂ ਉਹ ਭੈਣ ਭਰਾਵਾਂ ਦਾ ਹੋਵੇ, ਭਾਵੇਂ ਉਹ ਮਾਂ ਪਿਓ ਦਾ ਹੋਵੇ, ਭਾਵੇਂ ਉਹ ਦੋਸਤਾਂ ਮਿੱਤਰਾਂ ਦਾ ਹੋਵੇ, ਭਾਵੇਂ ਉਹ ਪਤੀ ਪਤਨੀ ਦਾ ਮੋਹ ਹੋਵੇ, ਭਾਵੇਂ ਉਹ ਆਪਣੀ ਵਡਿਆਈ ਦਾ, ਆਪਣੀ ਪ੍ਰਤਿਸ਼ਠਾ ਦਾ, ਮਾਣ ਦਾ, ਆਪਣੀ ਸੋਭਾ ਦਾ ਮੋਹ ਹੋਵੇ, ਭਾਵੇਂ ਉਹ ਆਪਣੇ ਕਿਸੇ ਅਹੁਦੇ, ਆਪਣੀ ਪੋਜੀਸ਼ਨ, ਆਪਣੀ ਕੁਰਸੀ ਦਾ ਮੋਹ ਹੋਵੇ, ਭਾਵੇਂ ਉਹ ਮੋਹ ਸਾਨੂੰ ਕੱਪੜਿਆਂ ਦਾ ਹੋਵੇ, ਭਾਵੇਂ ਮਕਾਨਾਂ ਦਾ ਹੋਵੇ, ਭਾਵੇਂ ਗੱਡੀਆਂ ਦਾ ਹੋਵੇ। ਕੋਈ ਕਿਸੇ ਵੀ ਚੀਜ਼ ਦਾ ਮੋਹ ਹੈ, ਉਹ ਦੁੱਖ ਦੇ ਰਿਹਾ।
ਮੋਹ ਵਰਗਾ ਕੋਈ ਵੈਰੀ ਨਹੀਂ। ਗੁਰਬਾਣੀ ਮੋਹ ਨੂੰ ਦੂਰ ਕਰਦੀ ਹੈ। ਮੋਹ ਕਾਮ ਮੰਦਨੀ ਹੈ, ਹਿਰਦੇ ਕੀ ਆਨੰਦਨੀ। ਜਦੋਂ ਬੰਦੇ ਦੇ ਮਨ ਚੋਂ ਮੋਹ ਦੂਰ ਹੋ ਜਾਂਦਾ, ਆਨੰਦ ਆ ਜਾਂਦਾ, ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਸੰਤੋ ਇਹਾ ਬਤਾਵੋ ਕਾਰੀ, ਜਿਤ ਹਉਮੈ ਗਰਭ ਨਿਵਾਰੀ। ਗੁਰਬਾਣੀ ਵਿੱਚ ਇਹ ਬੇਨਤੀ ਰੂਪੀ ਬਚਨ ਇਉਂ ਲਿਖੇ ਨੇ ਕਿ ਹੇ ਸੰਤ ਜਨੋ, ਸਾਨੂੰ ਇਹੋ ਜਿਹੀ ਦਵਾਈ ਦੱਸੋ, ਇਹੋ ਜਿਹਾ ਇਲਾਜ ਦੱਸੋ ਜਿਹਦੇ ਨਾਲ ਸਾਡਾ ਮੋਹ ਮਿਟ ਜਾਵੇ। ਜੇ ਮੋਹ ਮਿਟ ਜਾਵੇ ਅਸੀਂ ਸੁਖੀ ਹੋ ਜਾਵਾਂਗੇ, ਅਸੀਂ ਆਨੰਦ ਵਿੱਚ ਹੋ ਜਾਵਾਂਗੇ। ਮੋਹ ਕਰਕੇ ਦੁਖੀ ਹੈ ਸਾਰੀ ਸ੍ਰਿਸ਼ਟੀ, ਦੁਖੀ ਹੈ। ਸਭ ਤੋਂ ਜ਼ਿਆਦਾ ਮੋਹ ਹੁੰਦਾ ਧੀਆਂ ਪੁੱਤਰਾਂ ਨਾਲ, ਤੇ ਧੀਆਂ ਪੁੱਤਰਾਂ ਦਾ ਮੋਹ ਹੀ ਸਭ ਨੂੰ ਜ਼ਿਆਦਾ ਤੰਗ ਕਰਦਾ ਦੇਖਿਆ ਜਾਂਦਾ ਹੈ। ਮਾਂ ਬਾਪ ਕਹਿੰਦੇ ਬੱਚਾ ਏਦਾਂ ਹੋਵੇ, ਬੱਚਾ ਉਦਾਂ ਦਾ ਨਿਕਲਦਾ ਨਹੀਂ। ਉਹ ਕਹਿੰਦੇ ਏਦਾਂ ਦਾ ਕਿਉਂ ਨਹੀਂ ਹੋਇਆ, ਪਰੇਸ਼ਾਨ ਹੁੰਦੇ ਆ। ਕਿਸੇ ਵਿਦਵਾਨ ਨੇ ਲਿਖਿਆ, 3 ਪੁੱਤਰ ਹੈ ਨਰਨ ਕੇ, ਲੋਕਾਂ ਦੇ 3 ਪੁੱਤਰ ਨੇ। 3 ਪੁੱਤਰ ਕਿਹੜੇ ਨੇ? ਇੱਕ ਨਾ ਜਨਮਿਆ ਜਾਨ। ਪਹਿਲਾ ਪੁੱਤਰ ਉਹ ਹੈ ਜਿਹੜਾ ਜੰਮਿਆ ਹੀ ਕੋਈ ਨਹੀਂ। ਉਹ ਵੀ ਪੁੱਤਰ ਹੈ ਜਿਹਨੂੰ ਮਾਪੇ ਉਡੀਕਦੇ ਰਹਿੰਦੇ ਆ, ਸਾਡੇ ਘਰ ਬੱਚਾ ਹੋਵੇ, ਬੱਚਾ ਹੋਵੇ। ਗੁਰਦੁਆਰਿਆਂ 'ਚ, ਮੰਦਰਾਂ 'ਚ, ਮਸੀਤਾਂ 'ਚ, ਚਰਚਾਂ 'ਚ ਜਾ ਕੇ ਪ੍ਰੇਅਰ ਕਰਦੇ, ਅਰਦਾਸ ਕਰਦੇ, ਪ੍ਰਮਾਤਮਾ ਮੈਨੂੰ ਪੁੱਤਰ ਦੇ ਦੇ। ਡਾਕਟਰਾਂ ਕੋਲ, ਵੈਦਾਂ ਕੋਲ, ਹਕੀਮਾਂ ਕੋਲ ਜਾ ਕੇ ਇਲਾਜ ਕਰਾਉਂਦੇ ਨੇ, ਬਾਬਿਆਂ ਕੋਲੋਂ ਸੁੱਖਣਾ ਸੁੱਖਦੇ ਨੇ, ਬੜੀਆਂ ਮਸਾਣਾਂ ਤੇ ਮੱਥੇ ਰਗੜਦੇ ਨੇ, ਪੁੱਤਰ ਹੋ ਜਾਵੇ, ਹੁੰਦਾ ਹੀ ਨਹੀਂ। ਉਡੀਕਦੇ 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 ਜ਼ਿੰਦਗੀ ਲੰਘ ਜਾਂਦੀ ਹੈ। ਉਹ ਵੀ ਪੁੱਤਰ ਦੁੱਖ ਦਿੰਦਾ ਹੈ। ਜਿਹਦੀ ਉਡੀਕ ਹੈ ਉਹ ਵੀ ਪੁੱਤਰ ਹੈ, ਹੋਇਆ ਨਹੀਂ ਤੇ ਬਸ ਦੁੱਖ ਦੇ ਰਿਹਾ, ਨਾ ਹੋਣ ਦਾ ਹੀ ਦੁੱਖ ਦੇ ਰਿਹਾ। ਦੂਜਾ ਪੁੱਤਰ ਹੈ ਜਿਹੜਾ ਹੋ ਕੇ 5 ਸਾਲ 10 ਸਾਲ 20 ਸਾਲ ਮਾਪਿਆਂ ਦੇ ਘਰ ਰਹਿ ਕੇ ਮਰ ਜਾਂਦਾ ਹੈ, ਡੈਥ ਹੋ ਜਾਂਦੀ ਹੈ, ਪਾਣਾ ਕੋਈ ਵਰਤ ਜਾਂਦਾ ਹੈ, ਚਲਾ ਜਾਂਦਾ। ਪਹਿਲੇ ਨਾਲੋਂ ਉਹ ਜ਼ਿਆਦਾ ਦੁੱਖ ਦਿੰਦਾ ਹੈ। ਮਾਪੇ ਰੋਂਦੇ, ਕਹਿੰਦੇ ਨੇ, ਪੁੱਤਰਾ ਜੇ ਤੂੰ ਮਰ ਜਾਣਾ ਸੀ, ਤੂੰ ਜੰਮਦਾ ਹੀ ਨਾ, ਇਹਦੇ ਨਾਲੋਂ ਤੇ ਨਾ ਹੁੰਦਾ ਸਾਡੇ ਘਰ ਜੇ ਤੂੰ ਚਲਾ ਜਾਣਾ ਸੀ। ਏਦਾਂ ਫਿਰ ਉਹ ਵੈਣ ਪਾਉਂਦੀਆਂ ਮਾਵਾਂ, ਪਿਓ, ਭਰਾ, ਸਾਰਾ ਪਰਿਵਾਰ ਦੁਖੀ ਹੁੰਦਾ ਹੈ। ਉਹ ਵੀ ਪੁੱਤਰ ਹੈ ਜਿਹੜਾ ਹੋ ਕੇ ਮਰ ਗਿਆ। ਤੀਜਾ ਪੁੱਤਰ ਇੱਕ ਹੋਰ ਹੈ। ਤੀਜਾ ਪੁੱਤਰ ਉਹ ਹੈ ਜਿਹੜਾ ਜੰਮ ਵੀ ਪਿਆ ਔਰ ਮਰਿਆ ਵੀ ਨਹੀਂ, ਪਰ ਰੋਜ਼ ਕਿਤੋਂ ਨਾ ਕਿਤੋਂ ਉਲਾਂਭੇ ਆਉਂਦੇ ਨੇ। ਕਦੀ ਕਿਸੇ ਦਾ ਸਿਰ ਪਾੜਤਾ, ਕਦੀ ਕਿਸੇ ਨਾਲ ਲੜ ਪਿਆ, ਕਿਤੇ ਸ਼ਰਾਬ ਪੀ ਕੇ ਡਿੱਗਾ ਹੈ, ਕਿਤੇ ਨਸ਼ੇ ਦੀਆਂ ਗੋਲੀਆਂ ਖਾ ਕੇ ਡਿੱਗਾ ਹੈ, ਕਦੀ ਕੁਛ ਬੋਲੀ ਜਾਂਦਾ, ਕਦੀ ਕੁਛ ਕਰਦਾ ਹੈ। ਰੋਜ਼ ਹੀ ਕੋਈ ਨਾ ਕੋਈ ਉਲਾਂਭਾ ਮਿਲਦਾ। ਮਾਪੇ ਇੰਨੇ ਦੁਖੀ ਹੋ ਜਾਂਦੇ ਨੇ। ਮੈਂ ਆਪਣੇ ਕੰਨਾਂ ਨਾਲ ਸੁਣੇ ਆ ਮਾਪੇ ਇਹ ਅਰਦਾਸ ਕਰਾਉਂਦੇ ਆ, ਗਿਆਨੀ ਜੀ ਜੇ ਇਹਨੇ ਸੁਧਰਨਾ ਨਹੀਂ ਤਾਂ ਮਹਾਰਾਜ ਨੂੰ ਚੁੱਕ ਹੀ ਲਵੇ। ਤੀਜੇ ਕਾ ਦੁੱਖ ਅਧਿਕ ਪਗ ਪਗ ਪੇ ਰੋੜਾ। ਪਹਿਲੇ ਦੋਵਾਂ ਨਾਲੋਂ ਇਹ ਤੀਜੇ ਪੁੱਤਰ ਦਾ ਦੁੱਖ ਜ਼ਿਆਦਾ ਹੈ। ਕਦਮ ਕਦਮ ਤੇ ਰੋੜੇ ਹਨ, ਕਦਮ ਕਦਮ ਤੇ ਪਰੇਸ਼ਾਨੀਆਂ ਹਨ। ਕਈ ਵਾਰੀ ਮਾਪਿਆਂ ਨੂੰ ਪੁੱਤਰਾਂ ਕਰਕੇ ਜੇਲਾਂ ਕੱਟਣੀਆਂ ਪੈ ਜਾਂਦੀਆਂ। ਇਹੋ ਜਿਹੇ ਕੰਮ ਭਾਣੇ ਵਰਤ ਜਾਂਦੇ ਆ। ਸੋ ਇਹ ਮੋਹ ਕਰਕੇ ਹੀ ਸਾਰੇ ਦੁਖੀ ਹੋ ਰਹੇ ਆ। ਕੁੱਲ ਸ੍ਰਿਸ਼ਟੀ ਦੇ ਦੁੱਖ ਦਾ ਮੂਲ ਕਾਰਨ ਮੋਹ ਹੈ। ਜਿਸ ਦਿਨ ਮੋਹ ਮਿਟ ਜਾਂਦਾ, ਆਨੰਦ ਤੇ ਸ਼ਾਂਤੀ ਤੇ ਸੁੱਖ ਤੇ ਖੇੜਾ ਬਣ ਜਾਂਦਾ। ਗੁਰਬਾਣੀ ਇਸ ਮੋਹ ਨੂੰ ਮਿਟਾਉਂਦੀ ਹੈ। ਇਸ ਕਰਕੇ ਭਾਈ ਸਾਹਿਬ ਲਿਖਦੇ ਨੇ, ਹਿਰਦੇ ਕੀ ਆਨੰਦਨੀ ਸੁਖੋਗ ਮੋਖ ਦਾਨੀ ਹੈ। ਮੋਹ ਨੂੰ ਖਤਮ ਕਰਨ ਵਾਲੀ, ਹਿਰਦੇ ਨੂੰ ਆਨੰਦ ਦੇਣ ਵਾਲੀ, ਮੁਕਤੀ ਔਰ ਭੁਗਤੀ ਦੇਣ ਵਾਲੀ ਇਹ ਗੁਰੂ ਕੀ ਬਾਣੀ ਹੈ। ਸੋ ਸਾਧ ਸੰਗਤ ਜੀ, ਆਪਾਂ ਗੁਰੂ ਕੀ ਬਾਣੀ ਨਾਲ ਜੁੜ ਰਹੇ ਹਾਂ। ਆਓ ਅੰਮ੍ਰਿਤਮਈ ਗੁਰਬਾਣੀ ਦੇ ਵਿੱਚੋਂ ਅੱਜ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਸਾਨੂੰ ਪ੍ਰਾਪਤ ਹੋਇਆ, ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਨੇ
ਉਸ ਪਰਮਾਤਮਾ ਦੇ ਵਿਆਪਕ ਰੂਪ ਦੇ ਦਰਸ਼ਨ ਕਰਾਏ ਨੇ। ਰੱਬ ਦੇ ਦਰਸ਼ਨ ਸਾਰੀ ਦੁਨੀਆ ਕਹਿੰਦੀ ਕਰਨੇ ਆ। ਕਿਸੇ ਨੂੰ ਵੀ ਕਹਿ ਦਿਓ, ਨਾਸਤਕ ਬੰਦੇ ਨੂੰ ਵੀ ਕਹਿ ਦਈਏ ਨਾ, ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਵੀ ਕਹਿ ਦਈਏ ਵੀ ਤੈਨੂੰ ਰੱਬ ਦੇਖਣ ਦੀ ਇੱਛਾ ਹੈ, ਹਾਂ ਕਹਿੰਦਾ ਦਿਖਾ ਦਿਓ, ਦੇਖਣ ਤਾਂ ਨਾ ਨਹੀਂ ਕਰਦਾ। ਕਿਉਂਕਿ ਨਾਸਤਕ ਨੂੰ ਵੀ ਅਜੇ ਵਿਸ਼ਵਾਸ ਪੱਕਾ ਨਹੀਂ ਹੋਇਆ ਵੀ ਰੱਬ ਹੈ ਨਹੀਂ, ਉਹਨੂੰ ਪਤਾ ਨਹੀਂ ਲੱਗਦਾ, ਇਸ ਕਰਕੇ ਉਹ ਕਹਿ ਦਿੰਦਾ ਹੈ ਨਹੀਂ। ਉਹਨੂੰ ਦਿਸਦਾ ਨਹੀਂ ਨਾ, ਇਸ ਕਰਕੇ ਉਹ ਦੇਖਣਾ ਚਾਹੁੰਦਾ, ਕਹਿੰਦਾ ਹੈ ਨਹੀਂ। ਜਿਹੜੇ ਗੁਰਮੁਖ ਜਨ ਹਨ ਉਹ ਗੁਰੂ ਦੇ ਬਚਨਾਂ ਤੇ ਭਰੋਸਾ ਕਰਕੇ ਮੰਨਦੇ ਹਨ ਵੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਹੈ ਤਾਂ ਸਹੀ ਲਖੈ ਜੋ ਕੋਈ। ਭਾਈ ਹੈ ਤਾਂ ਸਹੀ ਪਰਮਾਤਮਾ, ਪਰ ਜੇ ਕੋਈ ਵੇਖ ਲਵੇ ਤਾਂ, ਜੇ ਵੇਖਿਆ ਨਹੀਂ ਤੇ ਹੁੰਦਿਆਂ ਵੀ ਨਾ ਵਰਗਾਈ ਹੈ। ਜਿਹਨੇ ਨਹੀਂ ਵੇਖਿਆ ਉਹ ਕਹਿੰਦਾ ਪਤਾ ਨਹੀਂ ਹੋਵੇ ਕਿ ਨਾ ਹੋਵੇ। ਆਸਤਕ ਲੋਕ ਵੀ ਜਿਹੜੇ ਨਹੀਂ ਵੇਖਿਆ ਜਿਨ੍ਹਾਂ ਨੇ, ਉਹ ਵੀ ਭ੍ਰਾਂਤੀ 'ਚ ਜੀਂਦੇ ਹਨ। ਨਾਸਤਕ ਤਾਂ ਭ੍ਰਾਂਤੀ 'ਚ ਜੀਂਦੇ ਹੀ ਹਨ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਪ੍ਰਤੱਖ ਦਿਖਾ ਦਿੱਤਾ ਹੈ। ਗੁਰੂ ਸਾਹਿਬ ਦੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਬ੍ਰਹਮ ਦੇ, ਉਸ ਪਰਮੇਸ਼ਰ ਦੇ ਸਾਹਮਣੇ ਦਰਸ਼ਨ ਕਰਾ ਰਹੀ ਹੈ। ਵੇਖਣ ਵਾਲੀ ਅੱਖ ਵੀ ਚਾਹੀਦੀ ਹੈ। ਬੁੱਲਿਆ ਸ਼ਾਹ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਸਾਈਂ ਬੁੱਲੇ ਸ਼ਾਹ ਜੀ ਦਾ ਬਚਨ ਹੈ, ਪਰਮਾਤਮਾ ਤਾਂ ਤੇਰੇ ਅੰਦਰ ਹੈ, ਪਰ ਤੂੰ ਵੇਖਣ ਵਾਲੀ ਨਜ਼ਰ ਨਹੀਂ ਰੱਖਦਾ। ਹੁਣ ਨਾਸਤਕ ਲੋਕ ਭ੍ਰਾਂਤੀ 'ਚ ਪਏ ਹੋਏ ਨੇ, ਉਹਨਾਂ ਕੋਲ ਦ੍ਰਿਸ਼ਟੀ ਕੋਈ ਨਹੀਂ, ਦ੍ਰਿਸ਼ਟੀਹੀਣ ਹੋਣ ਕਰਕੇ ਦਰਸ਼ਨ ਨਹੀਂ ਕਰ ਪਾਉਂਦੇ। ਰਵਿੰਦਰਨਾਥ ਜੀ ਟੈਗੋਰ ਨੂੰ ਕਿਸੇ ਨੇ ਪੁੱਛਿਆ ਸੀ ਕਿ ਜੇ ਕੋਈ ਕਹੇ ਵੀ ਮੈਨੂੰ ਪਰਮਾਤਮਾ ਦਿਖਾਓ, ਤੁਸੀਂ ਕਿੱਦਾਂ ਦਿਖਾਓਗੇ? ਟੈਗੋਰ ਮਹਾਤਮਾ ਕਹਿਣ ਲੱਗੇ, ਜੇ ਕੋਈ ਅੰਨਾ ਮੈਨੂੰ ਆਖੇ ਵੀ ਰੋਸ਼ਨੀ ਦਾ ਰੰਗ ਦਿਖਾਓ, ਮੈਂ ਕਿਵੇਂ ਦਿਖਾਵਾਂ? ਬਲਾਇੰਡ ਆਦਮੀ, ਅੱਖਾਂ ਤੋਂ ਹੀਣਾ ਬੰਦਾ ਕਵੇ ਵੀ ਰੋਸ਼ਨੀ ਕਿੱਦਾਂ ਦੀ ਹੈ, ਉਹਨੂੰ ਕਵਾਂਗੇ ਰੋਸ਼ਨੀ ਪੀਲੀ ਪੀਲੀ ਹੈ ਤਾਂ ਕਹੇਗਾ ਪੀਲਾ ਕੀ ਹੁੰਦਾ। ਜੇ ਉਹਨੂੰ ਕਵਾਂਗੇ ਰੋਸ਼ਨੀ ਚਿੱਟੀ ਹੈ, ਉਹ ਕਹਿੰਦਾ ਚਿੱਟਾ ਕੀ ਹੁੰਦਾ। ਉਹਨੂੰ ਰੋਸ਼ਨੀ ਕਵਾਂਗੇ ਵੀ ਸੁਨਹਿਰੀ ਰੰਗ ਦੀ ਹੈ, ਉਹ ਕਹੇਗਾ ਸੋਨੇ ਦਾ ਰੰਗ ਕਿੱਦਾਂ ਦਾ ਹੁੰਦਾ। ਜਿੱਦਾਂ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਸਮਝ ਆ ਨਹੀਂ ਸਕਦੀ, ਕਿਉਂਕਿ ਉਹਦੇ ਕੋਲ ਦ੍ਰਿਸ਼ਟੀ ਕੋਈ ਨਹੀਂ। ਬਿਨਾਂ ਦ੍ਰਿਸ਼ਟੀ ਦੇ ਰੂਪ ਦਾ ਤੇ ਰੰਗ ਦਾ ਗਿਆਨ ਨਹੀਂ ਹੁੰਦਾ, ਜੈਸੇ ਕੰਨਾਂ ਤੋਂ ਬਿਨਾਂ ਧੁਨੀ ਦਾ ਗਿਆਨ ਨਹੀਂ ਹੁੰਦਾ। ਆਵਾਜ਼ ਕਾਂ ਦੀ ਹੈ ਜਾਂ ਕੋਇਲ ਦੀ ਹੈ, ਕੰਨਾਂ ਵਾਲੇ ਨੂੰ ਪਤਾ ਲੱਗਣਾ। ਜਿਹਦੇ ਕੋਲ ਕੰਨ ਕੋਈ ਨਹੀਂ, ਉਹਨੂੰ ਕੀ ਪਤਾ ਵੀ ਨਗਾਰਾ ਵੱਜ ਰਿਹਾ ਕਿ ਢੋਲ ਵੱਜ ਰਿਹਾ ਕਿ ਬੰਸਰੀ ਵੱਜ ਰਹੀ ਹੈ। ਕੰਨਾਂ ਵਾਲੇ ਨੂੰ ਸਭ ਗਿਆਨ ਹੋ ਜਾਂਦਾ। ਇਸੇ ਤਰ੍ਹਾਂ ਜਿਹਦੇ ਕੋਲ ਨੱਕ ਕੋਈ ਨਹੀਂ, ਉਹਨੂੰ ਕੀ ਪਤਾ ਵੀ ਦੁਰਗੰਧੀ ਆ ਰਹੀ ਹੈ ਕਿ ਸੁਗੰਧੀ ਆ ਰਹੀ ਹੈ। ਦੁਰਗੰਧ ਦਾ, ਸੁਗੰਧ ਦਾ ਗਿਆਨ ਨਾਸਕਾ ਵਾਲੇ ਨੂੰ ਹੈ। ਬਿਨਾਂ ਨਾਸਕਾ ਦੇ ਸਾਨੂੰ ਪਤਾ ਨਹੀਂ ਲੱਗਦਾ ਵੀ ਦੁਰਗੰਧੀ ਹੈ ਕਿ ਸੁਗੰਧੀ ਹੈ। ਪਰਮਾਤਮਾ ਨੂੰ ਵੇਖਣ ਲਈ ਜਿਹੜੀ ਅਨੁਭਵ ਦੀ ਅੱਖ ਹੈ, ਜੋ ਫੀਲਿੰਗ ਕਰਨ ਵਾਲੀ ਅੱਖ ਹੈ, ਉਹ ਹੋਣੀ ਚਾਹੀਦੀ। ਉਹ ਗੁਰੂ ਸਾਹਿਬ ਤੋਂ ਮਿਲਦੀ। ਗੁਰੂ ਸਾਹਿਬ ਦੇ ਚਰਨਾਂ 'ਚ ਪੈ ਕੇ ਜਿਹੜੇ ਸਿੱਖ ਨਿਮਾਣੇ ਹੋ ਕੇ ਸੇਵਾ ਕਰਦੇ ਹਨ, ਉਹਨਾਂ ਨੂੰ ਉਹ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ। ਇੱਕ ਗੱਲ ਯਾਦ ਰੱਖਣਾ, ਦੁਨਿਆਵੀ ਗਿਆਨ, ਦੁਨਿਆਵੀ ਜਿਹੜੀ ਅਕਲ ਹੈ, ਉਹ ਗੁਰੂ ਘਰ ਵਿੱਚ ਨਾ ਲੈ ਕੇ ਆਈਏ। ਦੁਨਿਆਵੀ ਅਕਲ ਮਾੜੀ ਨਹੀਂ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਿੰਨੀ ਪੜ੍ਹਾਈ ਹੈ ਉਹ ਵੀ ਸਤਿਕਾਰਯੋਗ ਹੈ। ਉਸ ਗਿਆਨ ਨੇ ਸਾਨੂੰ ਟੈਕਨੋਲੋਜੀ ਦਿੱਤੀ ਹੈ, ਹਵਾਈ ਜਹਾਜ਼ ਦਿੱਤੇ ਨੇ, ਰੇਲਾਂ ਦਿੱਤੀਆਂ ਨੇ, ਬੱਸਾਂ ਦਿੱਤੀਆਂ ਨੇ, ਸਾਨੂੰ ਟੈਲੀਫੋਨ ਦੇ ਸਿਸਟਮ ਦਿੱਤੇ ਨੇ, ਇੰਟਰਨੈਟ ਦਿੱਤਾ ਹੈ, ਸਾਨੂੰ ਜ਼ਿੰਦਗੀ ਵਿੱਚ ਜੀਣ ਵਾਸਤੇ ਸਹੂਲਤਾਂ ਦਿੱਤੀਆਂ ਨੇ। ਉਹ ਗਿਆਨ ਵੀ ਬੜੇ ਕੰਮ ਦਾ ਹੈ, ਪਰ ਉਹ ਬਾਹਰ ਮੁਖੀ ਹੈ ਔਰ ਸਰੀਰ ਤੱਕ ਹੈ।
ਜਿੰਨਾ ਚਿਰ ਦੁਨੀਆ ਤੇ ਸਰੀਰ ਨੇ ਰਹਿਣਾ ਹੈ ਉਹਨਾਂ ਚਿਰ ਸਾਇੰਸ ਦੇ ਪਦਾਰਥਾਂ ਦੀ ਸਾਨੂੰ ਲੋੜ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ ਉਹ ਸਾਡਾ ਆਪਣੀ ਆਤਮਾ ਦਾ ਗਿਆਨ ਹੈ, ਸਾਡੀ ਰੂਹ ਦਾ ਗਿਆਨ ਹੈ। ਉਹਦਾ ਜਿਹੜਾ ਰਸਤਾ ਹੈ ਉਹ ਅੰਤਰਮੁਖੀ ਹੈ, ਜਿਹੜਾ ਸਾਇੰਸ ਦਾ ਰਸਤਾ ਹੈ ਉਹ ਬਾਹਰਮੁਖੀ ਹੈ। ਸਾਇੰਸ ਬਾਹਰ ਰਿਸਰਚ ਕਰ ਰਹੀ ਹੈ, ਗੁਰਬਾਣੀ ਅੰਦਰ ਦੀ ਰਿਸਰਚ ਕਰ ਰਹੀ ਹੈ ਕਿ ਮੈਂ ਕੀ ਹਾਂ। ਕਈ ਲੋਕ ਇਹਨਾਂ ਨੂੰ ਮਿਲਗੋਭਾ ਖਿਚੜੀ ਬਣਾਉਣਾ ਚਾਹੁੰਦੇ ਹੈ, ਉਹ ਬਾਹਰਲੇ ਗਿਆਨ ਨੂੰ ਲਿਆ ਕੇ ਗੁਰਬਾਣੀ ਤੇ ਠੋਕਦੇ ਆ ਵੀ ਇੱਥੇ ਉਹ ਲੱਗਦਾ ਨਹੀਂ, ਫਿਰ ਉਹ ਨਾਸਤਕ ਹੁੰਦੇ ਆ। ਇਹ ਨਹੀਂ ਜੀ, ਇਹ 'ਚ ਸਾਨੂੰ ਸਮਝ ਨਹੀਂ ਆਉਂਦੀ ਕੀ ਹੈ। ਸੋ ਵੱਖਰਾ ਵੱਖਰਾ ਇਹਦਾ ਸਥਾਨ ਹੈ। ਬਾਹਰਮੁਖੀ ਗਿਆਨ ਨੂੰ ਛੱਡ ਕੇ ਨਿਮਾਣੇ ਹੋ ਕੇ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ। ਭਾਈ ਨੰਦ ਲਾਲ ਜੀ 10ਵੇਂ ਪਾਤਸ਼ਾਹ ਕੋਲ ਆਏ, ਬੜੇ ਵਿਦਵਾਨ ਸਨ, ਬੜੇ ਪੜ੍ਹੇ ਸਨ। ਸਤਿਗੁਰੂ ਜੀ ਨੇ ਪੁੱਛਿਆ ਕੀ ਪੜ੍ਹੇ ਹੋ? ਕਹਿਣ ਲੱਗਾ ਆਲਿਮ ਫਾਜ਼ਲ ਹਾਂ, ਔਰ ਆ ਮੈਂ ਡਿਗਰੀਆਂ ਕੀਤੀਆਂ ਹੋਈਆਂ। ਉਦੋਂ ਬੜੀਆਂ ਵੱਡੀਆਂ ਡਿਗਰੀਆਂ ਹੁੰਦੀਆਂ ਸੀਗੀਆਂ, ਆਲਿਮ ਦੀ, ਫਾਜ਼ਲ ਦੀ, ਫਿਰ ਹੋਰ ਵੱਡੇ ਵੱਡੇ ਇਹਨਾਂ ਨੇ ਸਮਝੋ ਸਰਟੀਫਿਕੇਟ ਇਹਨਾਂ ਦੇ ਕੋਲ ਸਨ। ਕਿਤੇ ਗਜ਼ਨੀ 'ਚ ਪੜ੍ਹੇ, ਕਿਤੇ ਕਾਬਲ 'ਚ ਪੜ੍ਹੇ, ਕਿਤੇ ਵੱਡੇ ਵੱਡੇ ਮਦਰਸਿਆਂ ਵਿੱਚ ਭਾਈ ਨੰਦ ਲਾਲ ਜੀ ਪੜ੍ਹੇ ਸਨ। 10ਵੇਂ ਪਾਤਸ਼ਾਹ ਮਹਾਰਾਜ ਸੁਣਦੇ ਰਹੇ ਤੇ ਹੋ ਸਕਦਾ ਨੰਦ ਲਾਲ ਦੇ ਮਨ 'ਚ ਹੋਵੇ ਮੈਨੂੰ ਕੋਈ ਡਿਊਟੀ ਦੇਣਗੇ, ਮੈਨੂੰ ਕੋਈ ਦਫ਼ਤਰੀ ਕੰਮ ਦੇ ਦੇਣਗੇ, ਕੋਈ ਲਿਖਣ ਪੜ੍ਹਨ ਦੀ ਸੇਵਾ ਦੇ ਦੇਣਗੇ। ਪਰ ਮਹਾਰਾਜ ਕਹਿਣ ਲੱਗੇ ਠੀਕ ਹੈ, ਅਸੀਂ ਤੇਰੀਆਂ ਡਿਗਰੀਆਂ ਤੋਂ ਕੀ ਲੈਣਾ, ਉਹ ਲੰਗਰ ਦੇ ਭਾਂਡੇ ਮਾਂਜਿਆ ਕਰ। ਲੰਗਰ ਦੇ ਭਾਂਡੇ ਮਾਂਜਣ ਲਾ ਦਿੱਤਾ। ਲੱਗਾ ਰਿਹਾ। ਇਸ ਗੱਲ ਦਾ ਪਤਾ ਜਦੋਂ ਪਰਿਵਾਰ ਦੇ ਜੀਆਂ ਨੂੰ ਲੱਗਾ, ਉਹਨਾਂ ਨੇ ਬੜਾ ਦੁੱਖ ਮੰਨਿਆ ਵੀ ਸਾਡਾ ਬੰਦਾ ਨੰਦ ਲਾਲ ਐਡਾ ਪੜ੍ਹਿਆ ਲਿਖਿਆ ਮੀਰ ਮੁਨਸ਼ੀ, ਬਾਦਸ਼ਾਹ ਦੇ ਔਰੰਗਜ਼ੇਬ ਦੇ ਪੁੱਤਰ ਕੋਲ ਮੀਰ ਮੁਨਸ਼ੀ ਸੀ, ਵਿਚਾਰਾ ਬੜੀ ਮੁਸੀਬਤ 'ਚ ਫਸਿਆ। ਗੁਰੂ ਨੇ ਕਦਰ ਨਹੀਂ ਕੀਤੀ, ਭਾਂਡੇ ਮਾਂਜਣ ਲਾ ਦਿੱਤਾ। ਉਹ ਵੀ ਭਾਈ ਨੰਦ ਲਾਲ ਨੂੰ ਸਮਝਾਉਣ ਵਾਸਤੇ ਆਏ, ਪਰ ਉਹਨੇ ਚਿਰ 'ਚ ਭਾਂਡੇ ਮਾਂਜ ਕੇ ਮਨ ਮਾਂਜਿਆ ਗਿਆ ਸੀਗਾ। ਉਹ ਗੱਲ ਮੁੱਕ ਚੁੱਕੀ ਸੀ ਕਿ ਮੈਂ ਆਲਿਮ ਹਾਂ, ਮੈਂ ਫਾਜ਼ਲ ਹਾਂ, ਮੈਂ ਵਿਦਵਾਨ ਹਾਂ, ਮੈਂ ਸਿਆਣਾ ਹਾਂ। ਉਹ ਗੱਲ ਖਤਮ ਹੋ ਗਈ ਸੀ। ਗੱਲ ਹੋਰ ਸ਼ੁਰੂ ਹੋ ਗਈ ਸੀ, ਹੋਰ ਪੜ੍ਹਾਈ, ਹੋਰ ਡਿਗਰੀਆਂ ਜਿਹੜੀਆਂ ਗੁਰਮਤ ਵਿੱਚ ਉੱਚੀਆਂ ਲੈ ਜਾਂਦੀਆਂ ਨੇ, ਗੁਰੂ ਘਰ 'ਚ ਹੁੰਦੀਆਂ ਨੇ। ਦੁਨਿਆਵੀ ਲੋਕਾਂ ਨੂੰ ਉਹਨਾਂ ਡਿਗਰੀਆਂ ਦੀ ਕੋਈ ਸਮਝ ਨਹੀਂ ਆਉਂਦੀ। ਉਹ ਡਿਗਰੀਆਂ ਹਾਸਲ ਕਰ ਚੁੱਕਾ ਸੀ। ਜਦੋਂ ਭਾਈ ਨੰਦ ਲਾਲ ਦੇ ਪਰਿਵਾਰ ਵਾਲੇ ਆਏ, ਉਹਨਾਂ ਨੇ ਗੱਲ ਛੇੜੀ ਕਿ ਤੁਸੀਂ ਘਰ ਵਾਪਸ ਚੱਲੋ, ਇੱਥੇ ਕੀ ਕਰਦੇ ਹੋ, ਤੁਹਾਡੀ ਬੇਕਦਰੀ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਿਆਰਾ ਨੰਦ ਲਾਲ ਕਹਿਣ ਲੱਗਾ ਜਿਹੜੀ ਚੀਜ਼ ਹੁਣ ਮਿਲੀ ਹੈ ਉਹ ਜ਼ਿੰਦਗੀ 'ਚ ਕਦੀ ਮਿਲੀ ਨਹੀਂ ਸੀ। ਸੋ ਖਾਲਸਾ ਜੀ, ਮਹਾਰਾਜ ਸਾਹਿਬ ਉਹ ਦ੍ਰਿਸ਼ਟੀ ਦੇ ਦਿੰਦੇ ਹੈ। ਉਹ ਦ੍ਰਿਸ਼ਟੀ ਉਹਨਾਂ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ, ਆਤਮ ਗਿਆਨੀਆਂ ਨੂੰ ਮਿਲਦੀ ਹੈ, ਜਿਹੜੀ ਅੱਜ ਦੇ ਹੁਕਮਨਾਮੇ ਵਿੱਚ ਸੱਚੇ ਪਾਤਸ਼ਾਹ ਨਿਰੂਪਣ ਕਰ ਰਹੇ ਹਨ। ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰਦੇ ਹਨ। ਜਹ ਜਹ ਪੇਖੋ ਤਹ ਹਜੂਰ। ਮਹਾਰਾਜ ਕਹਿੰਦੇ ਮੈਂ ਜਿੱਥੇ ਜਿੱਥੇ ਦੇਖਦਾ ਹਾਂ, ਜਿੱਥੇ ਜਿੱਥੇ ਮੇਰੀ ਨਿਗਾਹ ਜਾਂਦੀ ਹੈ, ਮੈਨੂੰ ਹਾਜ਼ਰ ਹਜੂਰ ਪਰਮਾਤਮਾ ਦਾ ਰੂਪ ਦਿਸਦਾ ਹੈ। ਜੋ ਦਿਸੈ ਸੋ ਤੇਰਾ ਰੂਪ। ਜੋ ਵੀ ਨਾ ਅੱਖਾਂ ਨਾਲ ਦੇਖ ਰਹੇ ਹਾਂ, ਇਹੋ ਵਿਸ਼ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਜ਼ਰੀ ਆਇਆ। ਜਲੇ ਜਲੇ ਵਿੱਚ, ਕਣ ਕਣ ਵਿੱਚ, ਪੱਤੇ ਪੱਤੇ ਵਿੱਚ ਮਹਾਰਾਜ ਅਕਾਲ ਪੁਰਖ ਦਾ ਨੂਰ ਦਿਸ ਰਿਹਾ ਹੈ। ਐਸੀ ਕੋਈ ਚੀਜ਼ ਨਹੀਂ ਜਿੱਥੇ ਅਕਾਲ ਪੁਰਖ ਦਾ ਸਰੂਪ ਨਾ ਹੋਵੇ। ਜੋ ਕੁਝ ਬਣਾਇਆ ਹੈ, ਜੋ ਦਿਸੈ ਸੋ ਤੇਰਾ ਰੂਪ। ਮਹਾਰਾਜ ਅਕਾਲ ਪੁਰਖ ਜੀ ਤੇਰਾ ਹੀ ਰੂਪ ਹੈ, ਤੇਰਾ ਹੀ ਰੂਪ ਹੈ। ਜੈ ਜੈ ਵੇਖੋ ਤਹ ਹਜੂਰ। ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਘਰਾਂ ਵਿੱਚ ਆਉਣ ਵਾਲੇ ਗੁਰਬਾਣੀ ਸੁਣਦੇ ਹਾਂ।
पर सम दृष्टि बनाने का जतन नहीं करते, कोशिश नहीं करते। इंग्लैंड सानू एक बंदा मिलिया, कहता ज्ञानी जी ओ बंदा वेखो जोड़े खाने जा रहा ना, जेड़ा दूरों ही वेख लिया ते कहन लगा ओनू वेख के तो मैनू अग लग जाती है। कहता ये गुरुद्वारियां दा हाल है भी गुरुद्वारे च बैठा सिख दूजे सिख नू वेख के सड़ रहा है। फिर ये दृष्टि किवें बनेगी जिहड़ी गुरु साहब बना रहे हैं? गुरु साहब तो दृष्टि दे रहे हैं भी जो भी है पशु पंछी कीड़ा मकोड़ा भी ओदा ही रूप है, जड़ चेतन ओदा रूप है। असी बंदे नू भी कहने आ, सिख नू भी कहने आ भी ये मेरा दुश्मन है। सो ये दृष्टि बदलनी जरूरी है। हौले हौले सहजे सहजे अभ्यास ये करया करिए भी जिन्ना भी ये संसार है महाराज अकाल पुरख का ही बनाया होया है। निंदो नाही काहू बात है ये खसम का किया। किसी तरीके नाल भी किसी दी निंदा ना करिए। वाहिगुरु ने परमेश्वर ने जिहो जे बनाए ने ओहो जे जीव बने हुए ने। इस करके सारिਆਂ ਨੂੰ ब्रह्म दृष्टि गुरु साहब जी ने दिती है। धन श्री गुरु अर्जन देव जी कहते मैं जिथे भी देखदा हाँ मैनू तां परमात्मा ही दिसदा है। तती तवी विच भी परमात्मा दिसदा है, बलदी अग विच भी परमात्मा दिसदा है। इन्नी ब्रह्म ज्ञानी दी दृष्टि हुंदी है भी ब्रह्म ज्ञानी सदा समदर्शी, ब्रह्म ज्ञानी की दृष्टि अमृत बरसी। हाँ जी, दूर कतहो न जाई। मेरा वाहिगुरु दूर किते नहीं जाता, मेरी अखां तो ओले नहीं हुंदा। हर वेले मेरे नेत्रां दे सामने घुमदा, हसदा नचदा टपदा। मौली धरती मौलिया आकाश, घट घट मौलिया आत्म प्रकाश। धरती खिड़ी आकाश खिड़िया है, पत्ते पत्ते च जरे जरे च देख फूल फूल फूले। अहंग त्याग त्यागे चरण कमल पागे, तुम मिलो प्रभ सभागे। बसंत रुत आई पर फूलता रहे। कैसे शब्द गुरु अर्जन देव जी उच्चारण करते ने, कहते हर थां ते वाहिगुरु है, हर थां ते। एक दाते एक भिखारी जी सब तेरे चोज विडाना। एक दाता बन के दान कर रहा, एक मंगता भीख मंग रहा। दोवां विच तेरी लीला वरत रही। वो भिखारी विच भी आत्मा है ते दाते विच भी आत्मा है। सब विच जोत है, आत्म रूप होकर ही परमात्मा सारे च बैठा होया है। सो दूर कतों ना जाई, मेरियां अखां तो ओले नहीं हुंदा। हाँ जी, रब रहया सर्बत्र मैं। ओ मेरा वाहिगुरु सारियां विच सर्बत्र प्राणियां विच रमिया होया है। कोई ऐसी जगह नहीं जिथे ना होवे। पीर दस्तगीर ने महाराज साहब जी नूं बगदाद विच पुछया, गुरु नानक देव जी नूं 3 सवाल पुछे सीगे। कहन लगा महाराज मैं तुहाडे तों पुछना चाहुंदा। बड़ा उन्हें पहला तां हंकार विच महाराज नूं पत्थर मारन दा हुक्म सुनाता। सारे शहर दे लोग पत्थर लैके गुरु साहब नूं मारन आ गए ते महाराज मर्दाने नूं कहंदे रबाब जा बाणी आई है। बाणी पढ़ी, सच्चे पातशाह शब्द पढ़िया, सुन मुन नगरी पई। सारा शहर बगदाद पत्थर बन गया, सुन मुन हो गया। वेख पीर भया हैराना, पीर हैरान होके चरनिया डिगा बैठ गया गुरु साहब कोल। 3 सवाल पूछे। पहला सवाल सी कि खुदा तो पहले की सी, रब तो खुदा तो पहला की सी। दूजा सवाल सी कि खुदा रहिंदा किथे है। तीसरा सवाल सी खुदा करदा की है। सच्चे पातशाह कहन लगे पीर जी पहले सवाल का जवाब देने, सानू गिनती तां सुनाओ, दस तां ही। वो गिणन लग पिया, कहंदा 1 2 3 4 5 6 7 8 9 10। मारे कहंदे तुहाडी गिनती ठीक नहीं होई, फिर दोबारा करो। कहंदा 1 2 3 4 5। मारे कहंदे नहीं ठीक नहीं चल रही गिनती, फिर ठीक शुरू करो दोबारा। फिर कहंदा 1 2। मारे कहंदे नहीं 1 तो पहला भी कुछ बोलो। कहंदा 1 तो पहला की बोला, 1 तो पहला तो कुछ हुंदा नहीं, एक ही हुंदा पहला। महाराज कहंदे फिर खुदा तो पहले कुछ नहीं, खुदा ही पहले है। आद सच वही है, उस तो पहले कुछ नहीं।
ਦੂਸਰਾ ਸਵਾਲ ਸੀ ਕਿ ਖੁਦਾ ਰਹਿੰਦਾ ਕਿੱਥੇ ਹੈ। ਮਹਾਰਾਜ ਕਹਿੰਦੇ ਅਸੀਂ ਹਿੰਦੁਸਤਾਨ ਤੋਂ ਆਏ ਹਾਂ, ਤੂੰ ਇੱਥੇ ਦਾ ਮਾਲਕ ਹੈ। ਸਵਾਲ ਬੜੇ ਡੂੰਘੇ ਪੁੱਛਦਾ, ਪਰ ਸਾਡੀ ਸੇਵਾ ਕੀਤੀ ਕੋਈ ਨਹੀਂ, ਖਵਾਇਆ ਪਿਆ ਕੁਝ ਹੈ ਨਹੀਂ। ਤੂੰ ਕੋਈ ਘਰ ਆਵੇ ਤੇ ਉਹਨੂੰ ਕੋਈ ਦੁੱਧ ਪਾਣੀ ਛਕਾਈਦਾ ਤੇ ਫਿਰ ਗੱਲ ਕਰੀਦੀ ਹੈ। ਕਹਿੰਦਾ ਠਹਿਰੋ। ਉਹਨੇ ਫਟਾਫਟ ਕਿਹਾ ਤੇ ਦੁੱਧ ਦਾ ਛੰਨਾ ਭਰ ਕੇ ਲਿਆ ਕੇ ਮਹਾਰਾਜ ਨੂੰ ਦੁੱਧ ਪੀਓ। ਸਤਿਗੁਰੂ ਕਹਿਣ ਲੱਗੇ ਨਹੀਂ, ਤੇਰਾ ਦੁੱਧ ਨਹੀਂ ਪੀਣਾ, ਤੇਰੇ ਦੁੱਧ 'ਚ ਕੋਈ ਚੀਜ਼ ਮਿਲੀ ਹੋਈ ਹੈ। ਕਹਿੰਦਾ ਕਸਮ ਖੁਦਾ ਦੀ ਮੈਂ ਆਪਣੇ ਹੱਥੀਂ ਦੁੱਧ ਚੋਇਆ, ਤੁਹਾਡੇ ਕੋਈ ਜ਼ਹਿਰ ਨਹੀਂ ਪਾਇਆ ਤੁਹਾਡੇ ਦੁੱਧ 'ਚ ਮੈਂ, ਤੁਸੀਂ ਪੀਓ। ਮਹਾਰਾਜ ਕਹਿੰਦੇ ਨਹੀਂ, ਕੋਈ ਚੀਜ਼ ਤਾਂ ਮਿਲੀ ਹੋਈ, ਜ਼ਹਿਰ ਨਹੀਂ ਅਸੀਂ ਕਹਿੰਦੇ, ਪਰ ਕੋਈ ਚੀਜ਼ ਹੈ। ਕਹਿੰਦਾ ਕੋਈ ਚੀਜ਼ ਨਹੀਂ। ਮਹਾਰਾਜ ਕਹਿੰਦੇ ਤੈਨੂੰ ਦਿਸਦੀ ਨਹੀਂ ਪਰ ਹੈ। ਕਹਿੰਦਾ ਫਿਰ ਤੁਸੀਂ ਦੱਸ ਦਿਓ ਕੀ ਹੈ। ਮਹਾਰਾਜ ਕਹਿੰਦੇ ਸਗਲ ਦੁੱਧ ਮੈਂ ਘੀਆ, ਦੁੱਧ 'ਚ ਘਿਓ ਹੈ। ਕਹਿਣ ਲੱਗਾ ਹਾਂ ਉਹ ਤਾਂ ਹੈ ਪਰ ਦਿਸਦਾ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਖੁਦਾ ਤੇਰੇ ਅੰਦਰ ਸਾਰਿਆਂ ਦੇ ਅੰਦਰ ਬੈਠਾ ਹੋਇਆ ਪਰ ਦਿਸਦਾ ਨਹੀਂ। ਜਿਸ ਨੂੰ ਤਰੀਕਾ ਹੁੰਦਾ ਹੈ ਜਾਗ ਲਾਉਣ ਦਾ, ਮਧਾਣੀ ਪਾਉਣ ਦਾ, ਰਿੜਕਣ ਦਾ, ਉਹ ਦੁੱਧ ਵਿੱਚੋਂ ਘਿਓ ਕੱਢ ਲੈਂਦਾ ਹੈ। ਜਿਹਨੂੰ ਉਹ ਤਰੀਕਾ ਨਹੀਂ ਆਉਂਦਾ ਉਹ ਨਹੀਂ ਕੱਢ ਸਕਦਾ। ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਗੁਰੂ ਕੋਲ ਤਰੀਕਾ ਹੈ, ਉਸ ਪਰਮਾਤਮਾ ਦੀ ਜੋਤ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਹੈ। ਕਹਿਣ ਲੱਗਾ ਮਹਾਰਾਜ ਠੀਕ ਹੈ, ਪਰਮਾਤਮਾ ਸਾਰਿਆਂ ਵਿੱਚ ਹੈ, ਪਰ ਕਰਦਾ ਕੀ ਹੈ। ਤੀਸਰਾ ਸਵਾਲ ਵੀ ਮੇਰਾ ਹੱਲ ਕਰ ਦਿਓ। ਮਹਾਰਾਜ ਨੀਵੇਂ ਬੈਠੇ ਹੋਏ ਸਨ। ਉਹ ਕੁਰਸੀ ਢਾਹ ਕੇ ਮਹਾਰਾਜ ਦੇ ਸਾਹਮਣੇ ਉੱਚਾ ਬੈਠਾ ਹੁੰਦਾ। ਪੀਰ ਸੀ ਨਾ ਉਹ, ਗੁਰੂ ਸਾਹਿਬ ਨੂੰ ਤੇ ਉਹ ਫਕੀਰ ਜਿਹਾ ਸਮਝ ਕੇ ਉਹਨੇ ਥੱਲੇ ਪਾਇਆ ਹੋਇਆ ਸੀ। ਮਹਾਰਾਜ ਥੱਲੇ ਬੈਠੇ ਸੀਗੇ, ਉਹ ਬੈਠਾ ਸੀ ਕੁਰਸੀ ਤੇ। ਗੁਰੂ ਨਾਨਕ ਦੇਵ ਜੀ ਕਹਿੰਦੇ ਹੀਰ ਜੀ ਤੁਸੀਂ ਇੰਨੇ ਪੜ੍ਹੇ ਲਿਖੇ ਸਿਆਣੇ ਸਮਝਦਾਰ ਬੰਦੇ ਹੋ ਕੇ ਬੜੀ ਵੱਡੀ ਭੁੱਲ ਕਰ ਰਹੇ ਹੋ, ਤੇ ਨਾਲੇ ਤਾਂ ਸਾਡੇ ਤੋਂ ਗਿਆਨ ਲੈ ਰਹੇ ਹੋ ਤੇ ਨਾਲੇ ਸਾਡੇ ਤੋਂ ਉੱਚੇ ਬੈਠੇ ਹੋ। ਜਿਹਦੇ ਕੋਲੋਂ ਗਿਆਨ ਲੈਣਾ ਹੋਵੇ ਉਹਨੂੰ ਉੱਚਾ ਬਿਠਾਈਦਾ ਹੈ, ਉਹਦੇ ਪੈਰਾਂ 'ਚ ਬੈਠੀਦਾ, ਫਿਰ ਗਿਆਨ ਮਿਲਦਾ। ਐਡੀਆਂ ਵੱਡੀਆਂ ਰੱਬੀ ਗੱਲਾਂ ਪੁੱਛ ਰਹੇ ਹੋ ਤੇ ਬੈਠੇ ਹੋ ਕੁਰਸੀ ਤੇ ਚੜ੍ਹ ਗਏ। ਕਹਿੰਦਾ ਗਲਤੀ ਹੋ ਗਈ। ਉੱਠਿਆ, ਗੁਰੂ ਸਾਹਿਬ ਨੂੰ ਬਿਠਾਤਾ ਆਪਣੀ ਕੁਰਸੀ ਤੇ, ਆਪ ਥੱਲੇ ਬੈਠ ਗਿਆ। ਗੁਰੂ ਸਾਹਿਬ ਹੱਸ ਪਏ, ਕਹਿੰਦੇ ਇਹੀ ਕੰਮ ਕਰਦਾ ਖੁਦਾ। ਖੁਦਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉੱਚਿਆਂ ਨੂੰ ਨੀਵਾਂ ਕਰ ਦਿੰਦਾ, ਨੀਵਿਆਂ ਨੂੰ ਉੱਚਾ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਅਮੀਰਾਂ ਨੂੰ ਭੀਖ ਮੰਗਣ ਲਾ ਦਿੰਦਾ, ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ। ਇਹ ਉਹਦੀ ਖੇਡ ਹੈ, ਇਹੀ ਕਰਦਾ। ਖਿੰਨ ਮੈਂ ਥਾਪ ਉਹ ਥਾਪੇ ਠਾਕੁਰ, ਖਿੰਨ ਦੇ ਵਿੱਚ ਥਾਪ ਦਿੰਦਾ, ਖਿੰਨ ਵਿੱਚ ਹੀ ਥਾਪ ਦਿੰਦਾ। ਸੋ ਸਾਧ ਸੰਗਤ ਜੀ, ਰੱਬ ਰਿਹਾ ਸਰਬੱਤਰ ਮੈਂ ਸਾਰਿਆਂ ਵਿੱਚ, ਉਹ ਵਿਆਪਕ ਹੈ। ਸਿਰਫ ਸਾਨੂੰ ਆਪਣੀ ਦ੍ਰਿਸ਼ਟੀ ਗੁਰਮਤਿ ਅਨੁਸਾਰ ਬਣਾਉਣੀ ਪੈਣੀ। ਗੁਰੂ ਸਾਹਿਬ ਕਹਿੰਦੇ ਸਾਰਿਆਂ ਵਿੱਚ ਬੈਠਾ ਹੈ, ਤੇ ਫਿਰ ਅਸੀਂ ਕਿਸੇ ਨਾਲ ਨਫ਼ਰਤ ਨਾ ਕਰੀਏ, ਕਿਸੇ ਨੂੰ ਚੰਗਾ ਮਾੜਾ ਵੱਡਾ ਛੋਟਾ ਸਮਝ ਕੇ ਰਾਗ ਦਵੈਸ਼ ਤੋਂ ਵਿੱਚ ਨਾ ਫਸੀਏ, ਬਲਕਿ ਨਿਕਲੀਏ ਤੇ ਉਹ ਪ੍ਰਮਾਤਮਾ ਦੀ ਜੋਤ ਨੂੰ ਸਰਬੱਤਰ ਪ੍ਰਾਣੀਆਂ ਵਿੱਚ ਦੇਖ ਕੇ ਆਨੰਦ ਮਾਣੀਏ, ਕਿਉਂਕਿ ਉਹ ਤਾਂ ਸਾਹਮਣੇ ਹੈ, ਅੱਖਾਂ ਹੀ ਬੰਦ ਕਰੀ ਬੈਠੇ ਹਾਂ। ਹਾਂਜੀ, ਮਨ ਸਦਾ ਧਿਆਈ, ਮਨ ਵਿੱਚ ਉਸ ਨੂੰ ਸਦਾ ਧਿਆਈਏ। ਹੈ ਮੇਰੇ ਮਨ, ਸਦਾ ਉਹਦਾ ਧਿਆਨ ਕਰ। ਪਰਮਾਤਮਾ ਤੁਹਾਡੇ ਧਿਆਨ ਨਾਲ ਹੀ ਬਸ ਤੁਹਾਨੂੰ ਮਿਲ ਜਾਣਾ ਹੈ, ਤਾਂ ਅੰਦਰ ਹੀ ਹੈ। ਜਿਵੇਂ ਸਾਧ ਸੰਗਤ ਜੀ, ਕਈ ਵਾਰੀ ਕੋਈ ਘਰ 'ਚ ਚੀਜ਼ ਪਈ ਹੁੰਦੀ, ਧਿਆਨ ਨਹੀਂ ਹੁੰਦਾ। ਕਈ ਵਾਰੀ ਹੱਥ 'ਚ ਪਾਇਆ ਕੜਾ ਵੀ ਭੁਲੇਖਾ ਪੈ ਜਾਂਦਾ, ਮੇਰਾ ਕੜਾ ਕਿੱਥੇ ਗਿਆ। ਐਨਕਾਂ ਮੂੰਹ ਤੇ ਲਾਈਆਂ ਅੱਖਾਂ ਤੇ ਕਹਿੰਦਾ ਮੇਰੀਆਂ ਐਨਕਾਂ ਕਿੱਥੇ ਗਈਆਂ। ਘਰ ਵਾਲੀ ਕਹਿੰਦੀ ਸਰਦਾਰ ਜੀ ਆ ਵੇਖੋ ਕੀ ਲਾਇਆ। ਕੁਛੜ ਕੁੜੀ ਤੇ ਸ਼ਹਿਰ ਢੰਡੋਰਾ ਵਾਲੀ ਗੱਲ ਬਣ ਜਾਂਦੀ ਹੈ। ਪਰਮਾਤਮਾ ਤਾਂ ਅੰਦਰ ਹੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਬਸ ਧਿਆਨ ਕਰਨ ਦੀ ਲੋੜ ਹੈ। ਧਿਆਨ ਕਰ, ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪੋ। ਈਤ ਊਤ ਨਹੀਂ ਵਿਛੜਾ। ਮਹਾਰਾਜ ਕਹਿੰਦੇ ਜਿਹੜਾ ਇੱਥੇ ਉੱਥੇ ਨਾਲ ਹੈ, ਕਦੇ ਵਿਛੜਦਾ ਹੀ ਨਹੀਂ। ਪਰਮਾਤਮਾ ਤੋਂ ਨੇੜੇ ਹੋਰ ਕੋਈ ਨਹੀਂ ਮਿੱਤਰ ਸਾਡਾ। ਸਾਧ ਸੰਗਤ ਜੀ, ਕਈ ਮਿੱਤਰ ਸਾਨੂੰ ਮਿਲੇ ਹਨ, ਵਿਛੜੇ ਹਨ। ਸਭ ਰਿਸ਼ਤੇਦਾਰ ਹਰ ਟਾਈਮ ਨਾਲ ਨਹੀਂ ਰਹਿੰਦੇ। ਸਾਡੇ ਜਨਮ ਤੋਂ ਪਹਿਲਾਂ ਵੀ ਪਰਮਾਤਮਾ ਸਾਡੇ ਨਾਲ ਸੀ, ਜਨਮ ਵੇਲੇ ਵੀ ਨਾਲ ਸੀ, ਲਾਈਫ ਟਾਈਮ ਵੀ ਨਾਲ ਹੈ, ਤੇ ਮਰਨ ਵੇਲੇ ਨਾਲ ਹੋਵੇਗਾ, ਤੇ ਮਰਨ ਤੋਂ ਬਾਅਦ ਵੀ ਨਾਲ ਹੀ ਹੋਵੇਗਾ।
ਈਤ ਊਤ ਨਹੀਂ ਵਿਛੜਾ, ਇੱਥੇ ਵੀ ਨਹੀਂ ਵਿਛੜਦਾ, ਉੱਥੇ ਵੀ ਨਹੀਂ ਵਿਛੜਦਾ। ਸੋ ਸੰਗੀ ਗਨੀਐ, ਉਹੀ ਸੰਗੀ ਉਹ ਸਾਡੀ ਆਪਣੀ ਆਤਮਾ ਹੀ ਆ। ਉਹ ਸਾਡੀ ਆਪਣੀ ਆਤਮਾ ਹੀ ਤੋਂ ਜੋਤ ਹੀ ਤਾਂ ਹੈ ਜਿਹੜੀ ਚੇਤਨ ਸੱਤਾ ਸਾਨੂੰ ਤੋਰੀ ਫਿਰਦੀ ਹੈ। ਜੇ ਉਹ ਨਿਕਲ ਜਾਵੇ ਇਹ ਸਰੀਰ ਮਿੱਟੀ ਹੈ। ਇੱਕ ਗੱਲ ਹੋਰ ਵੀ ਹੈ ਕਿ ਆਪਣੇ ਆਪ ਨੂੰ ਸਰੀਰ ਨਹੀਂ ਸਮਝਣਾ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਚਾਹੁੰਦੇ ਹੋ ਤੇ ਗੁਰਬਾਣੀ ਦੇ ਹਿਸਾਬ ਨਾਲ ਆਪਣੇ ਆਪ ਨੂੰ ਸਰੀਰ ਨਾ ਸਮਝੋ। ਸਰੀਰ ਨੂੰ ਤਾਂ ਕਿਰਾਏ ਦਾ ਮਕਾਨ ਸਮਝੀਏ। ਜਿਵੇਂ ਆਪਾਂ ਮਕਾਨ 'ਚ ਰਹਿੰਦੇ ਹਾਂ, ਮਕਾਨ ਤਾਂ ਮੈਂ ਨਹੀਂ ਨਾ, ਮੈਂ ਮਕਾਨ 'ਚ ਰਹਿਣ ਵਾਲਾ ਹਾਂ ਪਰ ਮੈਂ ਮਕਾਨ ਨਹੀਂ ਹਾਂ। ਮੈਂ ਸਰੀਰ 'ਚ ਰਹਿਣ ਵਾਲਾ ਹਾਂ ਪਰ ਮੈਂ ਸਰੀਰ ਨਹੀਂ। ਆਪਣੇ ਆਪ ਨੂੰ ਆਤਮਾ ਸਮਝੇ, ਫਿਰ ਉਹਨੂੰ ਪਤਾ ਲੱਗੇਗਾ ਵੀ ਮੈਂ ਤਾਂ ਪ੍ਰਮਾਤਮਾ ਦੀ ਜੋਤ ਹਾਂ ਤੇ ਉਹ ਹਰ ਵੇਲੇ ਨਾਲ ਹੈ, ਕਦੀ ਵਿਛੜਦਾ ਹੀ ਨਹੀਂ। ਆਤਮਾ ਤੋਂ ਕਿੱਥੇ ਦੂਰ ਜਾਏਗਾ ਉਹ। ਹਾਂਜੀ, ਬਿਨ ਸਜਾਏ ਜੋ ਨਿਮਖ ਮਹਿ, ਮਹਾਰਾਜ ਕਹਿੰਦੇ ਉਹੀ ਅਸਲੀ ਸੰਗੀ ਗਣੀ ਹੈ ਜਿਹੜਾ ਬਿਨ ਸਜਾਣ ਵਾਲਾ ਹੈ, ਜਿਹਨੇ ਖਤਮ ਹੋ ਜਾਣਾ ਹੈ ਨਿਮਖ ਵਿੱਚ ਹੀ, ਅੱਖ ਦੇ ਪਲਕਾਰੇ ਵਿੱਚ ਹੀ ਜਿਸ ਨੇ ਖਤਮ ਹੋ ਜਾਣਾ, ਮਿੱਟੀ ਹੋ ਜਾਣਾ ਹੈ। ਸੋ ਅਲਪ ਸੁਖ ਭਨੀਐ ਰਹਾ, ਉਹ ਸੁਖ ਜਿਹੜਾ ਹੈ ਉਹ ਅਲਪ ਥੋੜਾ ਹੀ ਹੈ। ਉਹ ਸੁਖ ਸਦੀਵੀ ਨਹੀਂ ਹੈ। ਉਹ ਐਵੇਂ ਛਿਨ ਮਾਤਰ ਛਿਨ ਭੰਗਰ। ਜਿੰਨੇ ਸੰਸਾਰ ਦੇ ਸੁੱਖ ਨੇ, ਜਿੰਨੇ ਵੀ ਸੁੱਖ ਨੇ, ਭਾਵੇਂ ਉਹ ਸਾਧ ਸੰਗਤ ਜੀ ਖਾਣੇ ਪੀਣੇ ਦੇ ਹਨ, ਭਾਵੇਂ ਉਹ ਕੱਪੜਿਆਂ ਦੇ ਰੂਪ ਵਿੱਚ ਹਨ, ਭਾਵੇਂ ਮਕਾਨਾਂ ਦੇ ਗੱਡੀਆਂ ਦੇ ਰੂਪ ਵਿੱਚ ਹਨ, ਜਿੰਨੇ ਵੀ ਸਾਡੇ ਸਰੀਰਕ ਸੁੱਖ ਹਨ ਉਹ ਨਿਮਖ ਮਾਤਰ ਹੁੰਦੇ ਹਨ। ਥੋੜੇ ਸਮੇਂ ਬਾਅਦ ਉਹ ਬਿਨਸ ਜਾਂਦੇ ਹਨ। ਗਰਮ ਕੱਪੜੇ ਦਾ ਸੁੱਖ ਓਨਾ ਚਿਰ ਹੁੰਦਾ ਜਿੰਨਾ ਚਿਰ ਸਰਦੀ ਹੋਵੇ, ਗਰਮੀ ਦੇ ਵਿੱਚ ਦੁੱਖ ਦੇਣ ਲੱਗ ਜਾਂਦਾ ਹੈ। ਠੰਡੇ ਕੱਪੜੇ ਦਾ ਸੁੱਖ ਓਨਾ ਚਿਰ ਹੁੰਦਾ ਜਿੰਨਾ ਚਿਰ ਗਰਮੀ ਹੋਵੇ। ਸਰਦੀ 'ਚ ਗਰਮ ਠੰਡਾ ਕੱਪੜਾ ਪਾਵਾਂਗੇ ਦੁੱਖ ਦੇਵੇਗਾ। ਏਸੀ ਲੱਗਾ ਸਰਦੀ ਦੇ ਵਿੱਚ, ਕਮਰੇ ਦੇ ਵਿੱਚ ਗਰਮ ਠੰਡੀ ਹਵਾ ਦੇਣ ਲੱਗ ਪਿਆ ਤੇ ਉਹ ਦੁੱਖ ਦੇਵੇਗਾ। ਤੇ ਜੇ ਹੀਟਰ ਆਪਾਂ ਗਰਮੀ ਚਲਾਵਾਂਗੇ ਤੇ ਉਹ ਦੁੱਖ ਦੇਵੇਗਾ। ਇਸ ਲਈ ਕੋਈ ਵੀ ਚੀਜ਼ ਹੈ ਤੁਸੀਂ ਸਾਰੇ ਸਮਝ ਲਓ, ਉਹ ਜਿੰਨੇ ਵੀ ਸੁੱਖ ਹਨ ਸਦੀਵੀ ਨਹੀਂ ਹੋਇਆ ਕਰਦੇ, ਅਲਪ ਥੋੜੇ ਸਮੇਂ ਲਈ ਹੁੰਦੇ ਹਨ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ। ਉਹ ਥੋੜੇ ਸਮੇਂ ਦੇ ਸੁੱਖ ਜਾਣੋ। ਪ੍ਰਤਪਾਲੈ ਅਪਿਆਉ ਦੇ ਕਛ, ਨਹੀਂ ਦੇ ਤੇ ਵਿਸ਼ਰਾਮ। ਪ੍ਰਤਪਾਲੈ ਅਪਿਆਉ ਦੇ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ ਸਾਰਿਆਂ ਨੂੰ ਪਾਲਦਾ ਹੈ। ਪ੍ਰਤਪਾਲੈ ਪ੍ਰਤਪਾਲਣਾ ਕਰਦਾ ਹੈ, ਔਰ ਅਪਿਆਉ ਦੇ ਖਾਣ ਔਰ ਪੀਣ ਦੀਆਂ ਚੀਜ਼ਾਂ ਦਿੰਦਾ। ਵਿਸ਼ੇਸ਼ ਕਰਕੇ ਖਾਣ ਔਰ ਪੀਣ ਦੀਆਂ ਚੀਜ਼ਾਂ ਵਾਹਿਗੁਰੂ ਦਿੰਦਾ, ਬਖਸ਼ਿਸ਼ ਕਰਦਾ ਹੈ। ਕਛ ਊਨ ਨਾ ਹੋਈ, ਉਹਦੇ ਘਰ ਖਜ਼ਾਨੇ ਏਡੇ ਵੱਡੇ ਹਨ, ਉਹ ਕੁਛ ਊਣੇ ਨਹੀਂ ਹੁੰਦੇ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਹਾਰਾਜ ਦੇ ਖਜ਼ਾਨੇ ਏਡੇ ਭਰੇ ਹੋਏ ਨੇ, ਬੇਅੰਤ ਹਨ। ਧਰਤੀ ਦੇਗ ਚੱਲਿਆ ਇੱਕ ਵੇਰਾ, ਧਰਤੀ ਰੂਪੀ ਦੇਗਾ ਇਹੋ ਜਿਹਾ ਧਰਿਆ ਹੋਇਆ, ਵਿੱਚੋਂ ਦੁਨੀਆ ਕੱਢ ਕੱਢ ਖਾਈ ਜਾਂਦੀ, ਮੁੱਕਦਾ ਹੀ ਨਹੀਂ ਖਜ਼ਾਨਾ। ਕਰੋੜਾਂ ਸਾਲ ਹੋ ਗਏ ਨੇ। ਇਹ ਵਾਹਿਗੁਰੂ ਦੀ ਖੇਡ ਹੀ ਹੈ, ਉਹਦੀ ਰਚਨਾ ਹੀ ਹੈ ਵੀ ਧਰਤੀ ਦੇ ਵਿੱਚ ਇੰਨੇ ਪਦਾਰਥ ਮਹਾਰਾਜ ਨੇ ਪੈਦਾ ਕਰਤੇ, ਮੁੱਕਦੇ ਨਹੀਂ। ਸੋਨਾ ਚਾਂਦੀ ਇੱਥੋਂ ਨਿਕਲ ਰਿਹਾ, ਹੀਰੇ ਮੋਤੀ ਇੱਥੋਂ ਨਿਕਲ ਰਹੇ ਨੇ, ਕਣਕਾਂ ਤੇ ਮਕਈ ਤੇ ਬੜੇ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਇੱਥੋਂ ਨਿਕਲ ਰਹੇ ਨੇ, ਕੱਪੜੇ ਲੱਤੇ ਸਭ ਕੁਛ ਇਹਦੇ ਚੋਂ ਨਿਕਲ ਰਿਹਾ ਹੈ। ਇਹ ਵਾਹਿਗੁਰੂ ਦਾ ਖਜ਼ਾਨਾ। ਤੇ ਕੁਛ ਊਨ ਨਾ ਹੋਈ, ਊਣਾ ਨਹੀਂ ਹੁੰਦਾ। ਮਹਾਰਾਜ ਸਾਹਿਬ ਜੀ ਦਾ ਇਹ ਖਜ਼ਾਨਾ ਭਰਿਆ ਹੀ ਰਹਿੰਦਾ ਹੈ। ਹਾਂਜੀ, ਸਾਸ ਸਾਸ ਸੰਭਾਲਤਾ, ਮਹਾਰਾਜ ਕਹਿੰਦੇ ਹਰ ਸਵਾਸ ਦੇ ਨਾਲ, ਹਰ ਪਲ, ਹਰ ਵੇਲੇ ਉਹ ਸਾਡੀ ਸੰਭਾਲ ਕਰ ਰਿਹਾ ਹੈ। ਮੇਰਾ ਪ੍ਰਭ ਸੋਈ, ਉਹ ਮੇਰਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਾਡੀ ਹਰ ਵੇਲੇ ਦੀ ਦੀਨਨ ਕੀ ਪ੍ਰਤਪਾਲ ਕਰੈ। ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਤਵ ਸਰਬ ਸਮੈ ਸਭ ਕੋ ਪ੍ਰਤਪਾਰੈ। पोखत है जल में थल में पल में कल के नहीं कर्म विचारै। दीन दयाल दयानिध दोखन देखत है पर देत न हारै। हाँ जी, ਅਛਲ ਅਛੇਦ ਅਪਾਰ ਪ੍ਰਭ। ਉਹ ਵਾਹਿਗੁਰੂ ਕਿਸੇ ਦੁਆਰਾ ਛਲਿਆ ਨਹੀਂ ਜਾ ਸਕਦਾ, ਉਹਨੂੰ ਕੋਈ ਛਲ ਨਹੀਂ ਸਕਦਾ। ਉਹਦੀ ਮਾਇਆ ਨੇ ਸਭ ਨੂੰ ਛਲ ਲਿਆ ਹੈ, ਪਰ ਉਸ ਪਰਮੇਸ਼ਰ ਨੂੰ ਕੋਈ ਨਹੀਂ ਛਲ ਸਕਦਾ। ਮਾਇਆ ਵੀ ਉਹਨੂੰ ਨਹੀਂ ਛਲ ਸਕਦੀ। ਅਛੇਦ ਹੈ, ਉਹਦੇ ਵਿੱਚੋਂ ਕਿਸੇ ਪ੍ਰਕਾਰ ਦਾ ਛੇਦ ਮੋਰੀ ਨਹੀਂ ਹੋ ਸਕਦੀ।
ਨੈਨਮ ਸਿਦੰਤੀ ਸ਼ਸਤਰਾਣੀ ਨੈਨਮ ਦਹਤੀ ਪਾਵਕਾ ਨਾ ਚੈਨਮ ਕਲੇਦੰਤਿਆਪੋ ਨਾ ਸ਼ੋਸ਼ਤੀ ਮਾਰਤਾ। ਕਿਸੇ ਸ਼ਸਤਰ ਦੁਆਰਾ ਕਟਿਆ ਨਹੀਂ ਜਾ ਸਕਦਾ, ਅਗਨੀ ਦੁਆਰਾ ਸਾੜਿਆ ਨਹੀਂ ਜਾ ਸਕਦਾ, ਪਾਣੀ 'ਚ ਡੋਬਿਆ ਨਹੀਂ ਜਾ ਸਕਦਾ, ਹਵਾ 'ਚ ਉਡਾਇਆ ਨਹੀਂ ਜਾ ਸਕਦਾ। ਐਸਾ ਮੇਰੇ ਪ੍ਰਭੂ ਦਾ ਅਛੇਦ ਸਰੂਪ ਹੈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਸਤ ਸਤ ਸਹੰਸ ਜੈ ਸ਼ਸਤਰਨ ਪਾਤ। ਹਜ਼ਾਰਾਂ ਸੈਂਕੜੇ ਹਜ਼ਾਰਾਂ ਸ਼ਸਤਰ ਹੋਣ, ਖਤਰਨਾਕ ਤੋਂ ਤਿੱਖੇ ਸ਼ਸਤਰ ਹੋਣ, ਮਹਾਰਾਜ ਅਕਾਲ ਪੁਰਖ ਦੇ ਸਰੀਰ ਤੇ ਉਹ ਵਾਰ ਨਹੀਂ ਕਰ ਸਕਦੇ। ਉਹ ਸ਼ਸਤਰਾਂ ਦੁਆਰਾ ਕੱਟਿਆ ਨਹੀਂ ਜਾ ਸਕਦਾ, ਅੱਗ ਦੁਆਰਾ ਸਾੜਿਆ ਨਹੀਂ ਜਾ ਸਕਦਾ। ਅਛਲ ਅਛੇਦ ਅਪਾਰ ਪ੍ਰਭ ਅਪਰੰਪਾਰ ਹੈ। ਪਰਲੇ ਪਾਸੇ ਜੋ ਹੋਵੇ, ਉਰਲਾ ਪਾਸਾ ਤੇ ਪਰਲਾ ਪਾਸਾ, ਇਹ ਦੋ ਪਾਸੇ ਮੰਨੇ ਗਏ ਆ। ਜੋ ਪਰਲੇ ਤੋਂ ਵੀ ਪਰੇ ਹੋਵੇ ਉਹ ਅਪਾਰ ਹੁੰਦਾ ਹੈ। ਭਾਵ ਉਰੇ ਪਰੇ ਦੀ ਗੱਲ ਹੀ ਮੁੱਕ ਜਾਂਦੀ ਹੈ। ਆ ਸਾਧ ਸੰਗਤ ਜੀ, ਜਿੰਨਾ ਉਰਲਾ ਔਰ ਪਰਲਾ, ਭੂਤ ਔਰ ਭਵਿੱਖ, ਚੰਗਾ ਔਰ ਮਾੜਾ, ਦਿਨ ਔਰ ਰਾਤ, ਇਹ ਸਭ ਮਨੁੱਖੀ ਸੋਚ ਦੀ ਖੇਡ ਹੈ। ਅਕਾਲ ਪੁਰਖ ਇਸ ਤੋਂ ਪਰੇ ਹੈ। ਉਹ ਨਾ ਦਿਨ ਹੈ ਨਾ ਰਾਤ ਹੈ, ਨਾਰ ਨਾ ਪੁਰਖ ਨਾ ਪੰਖਣੂ, ਸਾਚੋ ਚਤੁਰ ਸਰੂਪ। ਕਹਿੰਦੇ ਪਰਮਾਤਮਾ ਪੁਰਸ਼ ਹੈ, ਫਿਰ ਇਹਦਾ ਮਤਲਬ ਇਸਤਰੀ ਨਹੀਂ। ਕਿਆ ਪਰਮਾਤਮਾ ਇਸਤਰੀ ਹੈ, ਪੁਰਸ਼ ਨਹੀਂ? ਕਹਿੰਦੇ ਜੇ ਇਸਤਰੀ ਪੁਰਸ਼ ਦੋਵੇਂ ਨਹੀਂ ਤਾਂ ਫਿਰ ਕਿਆ ਹੀਜੜਾ ਹੈ? ਕਿਉਂਕਿ ਪੰਖਣੂ ਹੀਜੜੇ ਨੂੰ ਕਹਿੰਦੇ ਹਨ। ਕਿਆ ਪਰਮਾਤਮਾ ਹੀਜੜਾ ਹੈ? ਮਾਰੇ ਕਹਿੰਦੇ ਉਹ ਵੀ ਨਹੀਂ। ਨਾਰ ਨਾ ਪੁਰਖ ਨਾ ਪੰਖਣੂ, ਨਾ ਇਸਤਰੀ ਹੈ ਨਾ ਪੁਰਸ਼ ਹੈ ਨਾ ਹੀਜੜਾ ਹੈ। ਸਾਚੋ ਚਤੁਰ ਸਰੂਪ, ਸਤ ਸਰੂਪ ਹੈ ਅਕਾਲ ਪੁਰਖ, ਚੇਤਨ ਸਰੂਪ ਹੈ। ਅਛਲ ਅਛੇਦ ਅਪਾਰ ਪ੍ਰਭ। ਹਾਂਜੀ। ਉੱਚਾ ਜਾ ਕਾ ਰੂਪ, ਉਹਦਾ ਸਰੂਪ ਸਾਰਿਆਂ ਤੋਂ ਉੱਚਾ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਛ ਪਾਰਾ ਵਾਰਾ। ਅਤਿਅੰਤ ਉੱਚਾ ਹੈ, ਬੇਅੰਤ ਉੱਚਾ ਹੈ ਵਾਹਿਗੁਰੂ ਦਾ ਸਰੂਪ। ਜਪ ਜਪ ਕਰਹਿ ਆਨੰਦ ਜਨ, ਉਹਦੇ ਜਨ ਭਗਤ ਉਹਦਾ ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ ਵਾਹਿਗੁਰੂ 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 ਆਨੰਦ ਹੀ ਆਨੰਦ ਕਰਦੇ ਹਨ। ਹਾਂਜੀ। ਅਚਰਜ ਅਨੂਪ, ਉਹ ਬੜਾ ਅਚਰਜ ਤੇ ਅਨੂਪਮਾ ਤੋਂ ਰਹਿਤ ਸਰੂਪ ਹੈ ਉਸ ਵਾਹਿਗੁਰੂ ਦਾ। ਸਾ ਮਤ ਦੇਹੋ ਦਇਆਲ ਪ੍ਰਭ, ਅਖੀਰਲੀਆਂ ਪੰਕਤੀਆਂ 'ਚ ਅਰਦਾਸ ਕਰਦੇ, ਹੈ ਪ੍ਰਭੂ ਜੀ ਇਹੋ ਜੀ ਮਤ ਦਿਓ ਦਿਆਲੂ ਪ੍ਰਭੂ ਜੀ, ਸਾਨੂੰ ਇਹੋ ਜੀ ਮਤ ਬਖਸ਼ੋ ਕਿਰਪਾ ਕਰਕੇ। ਜਿਤ ਤੁਮ ਹੈ ਆਰਾਧਾ, ਕਿ ਹਰ ਵੇਲੇ ਅਸੀਂ ਤੁਹਾਨੂੰ ਆਰਾਧਦੇ ਰਹੀਏ। ਇਹੋ ਜੀ ਮਤ ਆ ਜਾਵੇ, ਇਹੋ ਜੀ ਸਿੱਖਿਆ ਸਾਨੂੰ ਮਿਲ ਜਾਵੇ, ਇਹੋ ਜਿਹੇ ਵਿਚਾਰ ਸਾਡੇ ਬਣ ਜਾਣ ਕਿ ਅਸੀਂ ਹਰ ਵੇਲੇ ਤੁਹਾਡਾ ਨਾਮ ਜਪੀ ਜਾਈਏ। ਨਾਨਕ ਮੰਗੈ ਦਾਨ ਪ੍ਰਭ, ਨਾਨਕ ਜੀ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਹੈ ਵਾਹਿਗੁਰੂ ਪ੍ਰਭੂ ਜੀ ਅਸੀਂ ਤੁਹਾਡੇ ਤੋਂ ਦਾਨ ਮੰਗਦੇ ਹਾਂ, ਇੱਕ ਦਾਨ ਸਾਡੀ ਝੋਲੀ 'ਚ ਪਾ ਦਿਓ। ਰੇਨ ਪਗ ਸਾਦਾ, ਉਹ ਦਾਨ ਇਹ ਹੈ ਵੀ ਜਿਹੜੇ ਤੁਹਾਡੇ ਸੰਤ ਭਗਤ ਪਰਮੇਸ਼ਰ ਜੀ ਤੁਹਾਡਾ ਨਾਮ ਜਪਣ ਵਾਲੇ ਤੁਹਾਡੇ ਸੱਚੇ ਭਗਤ ਹਨ, ਸੱਚੇ ਸਾਧੂ ਹਨ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ। ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਨਾਮ ਰਸੀਆਂ ਸੰਤਾਂ ਭਗਤਾਂ ਗੁਰਸਿੱਖਾਂ ਦੀ ਸੰਗਤ ਤੋਂ ਬਿਨਾਂ ਪਰਮੇਸ਼ਰ ਦੇ ਸਰੂਪ ਦੀ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਾਧ ਸੰਗਤ ਜੀ ਬਾਰੰਬਾਰ ਗੁਰਬਾਣੀ ਵਿੱਚ ਐਸੇ ਤਤ ਬੇਤੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਮੰਗੀ ਹੈ ਜਿਹੜੇ ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਹੋਏ ਹਨ। ਸੋ ਆਓ ਆਪਾਂ ਵੀ ਅਰਦਾਸ ਇਹੀ ਕਰੀਏ ਕਿ ਮਹਾਰਾਜ ਸਾਧੂ ਦੀ ਸੰਗਤ ਤੇ ਨਾਮ ਦੀ ਰੰਗਤ ਬਖਸ਼ ਦੇਣ, ਚੜ੍ਹਦੀਆਂ ਕਲਾਂ ਹੋ ਜਾਣ ਖਾਲਸੇ ਪੰਥ ਦੀਆਂ।